ਹੋਇਆ ਕਿ ਜੇ ਅਸੀਂ ਅੱਜ ਹੋ ਗਏ ਬੇਗਾਨੇ ਨੀ, ਅੱਜ ਨਹੀਂ ਤਾਂ ਕਦੇ ਸਾਡੀ ਹੁੰਦੀ ਸੀ ਰਕਾਨੇ ਨੀ। ਕਹਿੰਦੇ ਜੇ ਤੇਰੇ ਅੰਦਰ ਹੈਗਾ ਨਾ ਤਾਂ ਵਾਜਾ ਤੈਨੂੰ ਆਪ ਦੱਸੂਗਾ ਵੀ ਇਹਨੇ ਵੱਜਣਾ ਕਿਵੇਂ। ਜੋ ਮੇਰੇ ਨਾਂ ਦੇ ਪਿੱਛੇ ਬੁੱਗਾ ਲੱਗਿਆ ਹੋਇਆ ਉਹਦਾ ਬਹੁਤ ਵੱਡਾ ਮਤਲਬ ਹੈ। ਜੇ ਉਹ ਗੀਤ ਕੱਚਾ ਕੱਢਿਆ ਜਾਂਦਾ ਸ਼ਾਇਦ ਉਹ ਇੰਨਾ ਨਾ ਚੱਲਦਾ, ਜਾਂ ਫਿਰ ਫਾਦਰ ਸਾਹਿਬ ਦੀ ਇਮੇਜ ਖਰਾਬ ਹੁੰਦੀ, ਜਿਹੜੀ ਕਿ ਮੇਰੇ ਲਈ ਐਕਸੈਪਟੇਬਲ ਨਹੀਂ ਹੈਗੀ। ਪਰ ਤੁਸੀਂ ਕਿਸੇ ਵੀ ਕਿਸਮ ਦਾ ਕੋਈ ਆਪਣੇ ਆਪ ਤੇ ਪ੍ਰੈਸ਼ਰ ਮਹਿਸੂਸ ਕਰਦੇ ਹੋ ਤੁਹਾਡੇ ਫਾਦਰ ਸਾਹਿਬ ਦੇ ਸਟਾਰਡਮ ਕਰਕੇ? ਬੋਰਡ ਥੱਲੇ ਕੁਝ ਉੱਗਦਾ ਨਹੀਂ, ਸੋ ਬੋਰਡ ਦੀ ਛਾਂ ਦੇ ਥੱਲੇ ਆਪਣੇ ਆਪ ਨੂੰ ਇੱਕ ਪਹਿਚਾਣ ਦੇਣੀ ਬਹੁਤ ਮੁਸ਼ਕਿਲ ਆ। ਮੇਰਾ ਇਹੀ ਮੋਟਿਵ ਹੈ ਵੀ ਮੈਂ ਆਪਣੇ ਫਾਦਰ ਦਾ, ਜਿਹੜੀ ਮੇਰੇ ਫਾਦਰ ਦੀ ਲੈਗੇਸੀ ਹੈ, ਮੈਂ ਉਹਨੂੰ ਅੱਗੇ ਲੈ ਕੇ ਜਾਵਾਂ, ਨਾ ਕਿ ਮੈਂ ਆਪਣੀ ਖੁਦ ਦੀ ਲੈਗੇਸੀ ਕੋਈ ਸ਼ੁਰੂ ਕਰਾਂ। ਪਰ ਕਦੇ ਤੁਸੀਂ ਉਹਨਾਂ ਨੂੰ ਇਹ ਸਵਾਲ ਕੀਤਾ ਜਾਂ ਫਿਰ ਤੁਸੀਂ ਇਸ ਚੀਜ਼ ਨੂੰ ਸਮਝ ਸਕੇ ਵੀ ਉਹ ਕਿਉਂ ਚਾਹੁੰਦੇ ਸੀਗੇ ਕਿ ਤੁਸੀਂ ਇਸ ਫੀਲਡ 'ਚ ਨਾ ਆਓ? ਮੈਨੂੰ ਇਹ ਲੱਗਦਾ ਸਾਡੀ ਕਦੇ ਗੱਲਬਾਤ ਇਸ ਮਾਮਲੇ 'ਚ ਹੋਈ ਨਹੀਂ ਹੈਗੀ ਵੀ ਆਲ ਦਾ ਟਾਈਮ ਜਦੋਂ ਅਸੀਂ ਕਿਤੇ ਜਾਣਾ ਤੇ ਇਹ ਰਿਸਪੈਕਟਫੁਲ ਜੌਬ ਨਹੀਂ ਹੈਗੀ। ਨਵੀਂ ਮੈਨੂੰ ਜਿੰਨੇ ਹੁਣ ਵੀ ਰੀਲਸ ਦੇ ਉੱਤੇ ਆ ਰਿਹਾ ਤਾਂ ਸਾਰੇ ਲੋਕਾਂ ਨੇ ਸਪੈਸ਼ਲ ਇਹੀ ਕਮੈਂਟ ਕੀਤਾ ਹੈ, ਕਹਦੇ ਰੱਖ ਲਾ, ਕਹਿੰਦੇ ਯਾਰ ਬੜੀ ਵੱਖਰੀ ਚੀਜ਼ ਹੈ ਇਹ। ਮੈਂ ਫੋਨ ਵਿੱਚ ਤੇਰੀਆਂ ਕਲਿੱਪਾਂ ਰੱਖੀਆਂ, ਕਰਾਈ ਨਾ ਡਿਲੀਟ, ਕਹਦੇ ਰੱਖ ਲੈ, ਹੋ ਤੇਰੀਆਂ ਨਿਸ਼ਾਨੀਆਂ ਨੂੰ ਮੈਂ ਰੱਖ ਲਾਂ, ਮੇਰੀਆਂ ਨਿਸ਼ਾਨੀਆਂ ਨੂੰ ਤੂੰ ਰੱਖ ਲੈ। ਵੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਗਰੇਵਾਲ ਸਵਾਗਤ ਕਰਦੀ ਹਾਂ। ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਉਮੀਦ ਹੈ ਠੀਕ ਠਾਕ ਹੋਵੋਗੇ। ਫਤਿਹਗੜ੍ਹ ਸਾਹਿਬ ਦੇ ਪਿੰਡ ਮਕਾਰਮਪੁਰ ਤੋਂ ਬਹੁਤ ਹੀ ਪ੍ਰਸਿੱਧ ਗਾਇਕ ਹੋਏ ਨੇ ਸਤਵਿੰਦਰ ਬੁੱਗਾ। ਕਈ ਦਹਾਕਿਆਂ ਤੋਂ ਗਾਉਂਦੇ ਆ ਰਹੇ ਨੇ ਅਤੇ ਅਨੇਕਾਂ ਯਾਦਗਾਰ ਗੀਤ ਉਹਨਾਂ ਨੇ ਸਾਨੂੰ ਦਿੱਤੇ ਨੇ। ਉਹਨਾਂ ਦੀ ਗਾਇਕੀ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ ਉਹਨਾਂ ਦੇ ਸਪੁੱਤਰ ਪੰਜਾਬੀ ਸੰਗੀਤ ਜਗਤ ਦੇ ਵਿੱਚ ਆ ਚੁੱਕੇ ਨੇ। ਕਈ ਸਾਲ ਪਹਿਲਾਂ ਉਹਨਾਂ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਸੀ, ਪਰ ਜਿਹੜਾ ਉਹਨਾਂ ਦਾ ਗੀਤ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆਇਆ ਉਹ 22 ਸਤੰਬਰ ਨੂੰ ਰਿਲੀਜ਼ ਹੋਇਆ। ਕਲੋਜ਼ਰ ਬ੍ਰਾਂਡ ਵੀ ਲੇਬਲ ਤੋਂ ਇਹ ਗਾਣਾ ਰਿਲੀਜ਼ ਹੋਇਆ। ਬੰਟੀ ਬੈਂਸੁਰਾ ਨੇ ਗੀਤ ਦੇ ਬੋਲ ਲਿਖੇ ਨੇ, ਮਿਊਜ਼ਿਕ ਕੀਤਾ ਹੈ ਅਜੀਤ ਸਿੰਘ ਹੋਰਾਂ ਨੇ ਅਤੇ ਗਾਣੇ ਦੀ ਵੀਡੀਓ ਕੀਤੀ ਹੈ ਸ਼ੋਇਬ ਸਿੱਦਕੀ ਹੋਰਾਂ ਨੇ। ਖਾਸ ਤੌਰ ਤੇ ਇਹ ਗੀਤ ਕਲਕੱਤੇ ਜਾ ਕੇ ਸ਼ੂਟ ਕੀਤਾ ਗਿਆ। ਅੱਜ ਅਮਰਿੰਦਰ ਬੁੱਗਾ ਸਾਡੇ ਨਾਲ ਹੋਣਗੇ ਵੀ ਸੋਸ਼ਲ ਦੀ ਇਸ ਖਾਸ ਮੁਲਾਕਾਤ ਦੇ ਵਿੱਚ। ਉਹਨਾਂ ਨੂੰ ਜੀ ਆਇਆਂ ਕਹਿੰਦੇ ਆ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਮੈਮ ਤੁਸੀਂ? ਵਧੀਆ, ਠੀਕ ਠਾਕ। ਤੁਸੀਂ ਕਿਵੇਂ ਹੋ? ਬਹੁਤ ਵਧੀਆ ਜੀ, ਤੁਸੀਂ ਦੱਸੋ ਕਿੱਦਾਂ? ਬਹੁਤ ਵਧੀਆ, ਠੀਕ ਠਾਕ। ਜਦੋਂ ਤੁਸੀਂ ਸ਼ੁਰੂਆਤ ਕਰਨੀ ਹੁੰਦੀ ਆ ਨਾ ਇੰਡਸਟਰੀ ਦੇ ਵਿੱਚ, ਤੇ ਜਦੋਂ ਤੁਸੀਂ ਆਪਦੇ ਪਰਿਵਾਰ 'ਚ ਪਹਿਲੇ ਹੁੰਦੇ ਹੋ ਤਾਂ ਸ਼ਾਇਦ ਕੋਈ ਉਵੇਂ ਦਾ ਪ੍ਰੈਸ਼ਰ ਨਹੀਂ ਹੁੰਦਾ ਹੋਊਗਾ ਕਿ ਮੈਂ ਇਹਨਾਂ ਵਰਗਾ ਬਣਨਾ, ਜਾਂ ਮੇਰਾ ਕੰਪੈਰੀਜ਼ਨ ਹੋਊਗਾ, ਹੈ ਨਾ, ਜਾਂ ਫਿਰ ਘਰੋਂ ਵੀ ਉੱਦਾਂ ਦਾ ਇੱਕ ਪ੍ਰੈਸ਼ਰ ਹੁੰਦਾ ਆ ਵੀ ਹੈ ਨਾ ਮੇਰਾ ਨਾਮ ਹੈ ਇੰਡਸਟਰੀ ਦੇ ਵਿੱਚ, ਜੇ ਕਰਨਾ ਆ ਤਾਂ ਵਧੀਆ ਹੀ ਕਰਨਾ, ਨਹੀਂ ਫਿਰ ਤੁਸੀਂ ਨਾ ਹੀ ਕਰਿਓ, ਹੈ ਨਾ, ਕਿਉਂਕਿ ਜੋ ਪਹਿਲਾਂ ਨਾਮ ਬਣਿਆ ਹੋਇਆ ਇਹ ਨਾ ਹੋਵੇ ਕਿ ਤੁਹਾਡੇ ਆਉਣ ਦੇ ਨਾਲ ਉਹ ਵੀ ਖਰਾਬ ਹੋ ਜਾਵੇ, ਹੈ ਨਾ। ਹਾਂਜੀ। ਸੋ ਤੁਹਾਨੂੰ ਕੀ ਮਹਿਸੂਸ ਹੋਇਆ ਸੀਗਾ ਇਸ ਇੰਡਸਟਰੀ 'ਚ ਆਉਣ ਲੱਗਿਆ? ਸਫ਼ਰ ਜੇ ਤੁਸੀਂ ਕਹੋ ਵੀ ਮੈਂ ਸ਼ੁਰੂਆਤ ਕਦੋਂ ਕੀਤੀ ਆ, ਤਾਂ ਮੇਰਾ 2011 ਦੇ ਅੰਦਰ ਪਹਿਲਾ ਗੀਤ ਆਇਆ ਸੀਗਾ ਮਾਫ ਕਰੀ ਯਾਰਾ। ਕਾਫੀ ਵਧੀਆ ਰਿਸਪੌਂਸ ਸੀ ਉਸਦਾ। ਉਹ ਗੀਤ ਸਾਰਾ ਪਾਪਾ ਦੀ ਦੇਖ ਰੇਖ ਦੇ ਅੰਦਰ ਹੋਇਆ। ਉਹ ਪਹਿਲਾਂ ਲਿਖਿਆ ਫਿਰ ਬਣਾਇਆ। ਮੈਂ ਕਿਹਾ ਜੀ ਮੈਂ ਇਹ ਚੀਜ਼ ਬਣਾਈ ਆ। ਉਹ ਕਹਿੰਦੇ ਇਹ ਬਹੁਤ ਇਮੈਚੁਰ ਚੀਜ਼ ਆ, ਵੀ ਆਪਾਂ ਥੋੜਾ ਸਮਾਂ ਲੈ, ਆਪਾਂ ਮਹੀਨਾ ਇਹਦੇ ਪਰ ਬਹਿਨੇ ਆ, ਜੇ ਤੂੰ ਗੀਤ ਕਰਨਾ ਚਾਹੁੰਦਾ ਤੇ ਠੀਕ ਹੈ ਤੂੰ ਕਰ ਸਕਦਾ। ਤੇ ਫਿਰ ਉਹ ਗੀਤ ਦੇ ਉੱਪਰ ਮਿਹਨਤ ਕੀਤੀ। ਫਾਦਰ ਸਾਹਿਬ ਨਾਲ ਥੋੜਾ ਜਿਹਾ ਸਮਾਂ ਮਿਲਿਆ ਪ੍ਰੈਕਟਿਸ ਕਰਨ ਦਾ। ਬਹੁਤ ਨਵੀਆਂ ਚੀਜ਼ਾਂ ਉਹ ਗੀਤ ਤੋਂ ਮੈਂ ਮਤਲਬ ਆਪਣੇ ਅੰਦਰ ਅਬਜ਼ੌਰਬ ਕੀਤੀਆਂ ਆਪਣੇ ਫਾਦਰ ਦੀਆਂ। ਅੱਛਾ। ਉਹਨਾਂ ਦਾ ਸਟਾਈਲ, ਉਹਨਾਂ ਦੀ ਵੇ ਆਫ ਕੰਪੋਜੀਸ਼ਨ, ਅੰਦਾਜ਼ੇ ਬਿਆਨ, ਮੈਂ ਉਹ ਮੇਰਾ ਉਹ ਗੀਤ ਤੋਂ ਹੀ ਬਿਲਟ ਅਪ ਹੋਣਾ ਸ਼ੁਰੂ ਹੋਇਆ। ਜੇ ਉਹ ਗੀਤ ਕੱਚਾ ਕੱਢਿਆ ਜਾਂਦਾ ਸ਼ਾਇਦ ਉਹ ਇੰਨਾ ਨਾ ਚੱਲਦਾ, ਜਾਂ ਫਿਰ ਫਾਦਰ ਸਾਹਿਬ ਦੀ ਇਮੇਜ ਖਰਾਬ ਹੁੰਦੀ, ਜਿਹੜੀ ਕਿ ਮੇਰੇ ਲਈ ਐਕਸੈਪਟੇਬਲ ਨਹੀਂ ਹੈਗੀ। ਹਾਂ। ਤੇ ਸੋ ਉਹਨਾਂ ਦੀ ਰਜ਼ਾ ਤੋਂ ਬਗੈਰ ਅਸੀਂ ਗੀਤ ਕਰ ਨਹੀਂ ਸਕਦਾ। ਗੀਤ ਦੇ ਅੰਦਰ ਲਾਈਨ ਵੀ ਸੀਗੀ ਕਿ ਮਾਫ ਕਰੀ ਯਾਰਾ ਸਾਡਾ ਖੁਦ ਤੇ ਨਾ ਜ਼ੋਰ, ਰਜ਼ਾ ਤੇਰੀ ਤੋਂ ਬਗੈਰ ਤੈਨੂੰ ਚਾਹੁੰਦੇ ਆ। ਪਰ ਤੁਸੀਂ ਕਿਸੇ ਵੀ ਕਿਸਮ ਦਾ ਕੋਈ ਆਪਣੇ ਆਪ ਤੇ ਪ੍ਰੈਸ਼ਰ ਮਹਿਸੂਸ ਕਰਦੇ ਹੋ ਤੁਹਾਡੇ ਫਾਦਰ ਸਾਹਿਬ ਦੇ ਸਟਾਰਡਮ ਕਰਕੇ? ਹਾਂਜੀ, ਬਹੁਤ ਜ਼ਿਆਦਾ। ਕਿਉਂਕਿ ਇੱਕ ਕਹਾਵਤ ਆ ਪੁਰਾਣੀ ਵੀ ਬੋਰਡ ਥੱਲੇ ਕੁਝ ਉੱਗਦਾ ਨਹੀਂ,
ਸੋ ਬੋਰਡ ਦੀ ਛਾਂ ਦੇ ਥੱਲੇ ਆਪਣੇ ਆਪ ਨੂੰ ਇੱਕ ਪਹਿਚਾਣ ਦੇਣੀ ਬਹੁਤ ਮੁਸ਼ਕਿਲ ਆ, ਹਾਂ ਬਿਲਕੁਲ, ਬਹੁਤ ਚੈਲੰਜਿੰਗ ਹੁੰਦੀ ਆ, ਕਿਉਂਕਿ ਤੁਸੀਂ ਇੱਕ ਲੈਗੇਸੀ ਨੂੰ ਅੱਗੇ ਲੈ ਕੇ ਜਾਣਾ। ਜੋ ਮੇਰੇ ਨਾਂ ਦੇ ਪਿੱਛੇ ਬੁੱਗਾ ਲੱਗਿਆ ਹੋਇਆ ਉਹਦਾ ਬਹੁਤ ਵੱਡਾ ਮਤਲਬ ਹੈ। ਤੇ ਮੈਂ ਚਾਹੁੰਦਾ ਵੀ ਮੈਂ ਇਹਨੂੰ ਥੱਲੇ ਨਾ ਲੈ ਕੇ ਆਵਾਂ, ਸਗੋਂ ਹੋਰ ਉੱਪਰ ਲੈ ਕੇ ਜਾਵਾਂ। ਜਿੰਨਾ ਕੁ ਉਹਨਾਂ ਨੇ ਪੁਸ਼ ਕੀਤਾ ਆਪਣੀ ਲਾਈਫ ਦੇ ਅੰਦਰ, ਮੈਂ ਉਸ ਤੋਂ ਵੀ ਉੱਪਰ ਲੈ ਕੇ ਜਾਵਾਂ ਉਹਨੂੰ। ਸ਼ਾਇਦ ਇਹ ਚੀਜ਼ਾਂ ਤਾਂ ਵੀ ਤੁਹਾਡੇ ਲਈ ਥੋੜ੍ਹੀਆਂ ਜਿਹੀਆਂ ਮੁਸ਼ਕਿਲ ਵਾਲੀਆਂ ਹੋਣਗੀਆਂ, ਕਿਉਂਕਿ ਤੁਹਾਡੇ ਫਾਦਰ ਸਾਹਿਬ ਬਾਰੇ ਇਹ ਅਕਸਰ ਹੀ ਕਿਹਾ ਜਾਂਦਾ ਇੰਡਸਟਰੀ ਦੇ ਵਿੱਚ ਕਿ ਮਿਸਟਰ ਪਰਫੈਕਸ਼ਨਿਸਟ ਨੇ, ਹੈ ਨਾ। ਬਿਲਕੁਲ ਜੀ। ਘਰੇ ਚਾਹੇ ਉਹ ਘਰ ਮੈਨੇਜ ਕਰਨ ਦੀ ਗੱਲ ਹੋਵੇ, ਭਾਵੇਂ ਉਹਨਾਂ ਦੇ ਪ੍ਰੋਫੈਸ਼ਨਲ ਕਰੀਅਰ ਦੀ ਗੱਲ ਹੋਵੇ ਨਾ, ਤਾਂ ਉਹ ਚੀਜ਼ਾਂ ਨੂੰ ਬਹੁਤ ਹੀ ਸਿਮਿਟਰੀ ਦੇ ਵਿੱਚ ਸਾਰੀਆਂ ਕੁਝ ਆਰਗੇਨਾਈਜ਼ ਕਰਕੇ ਰੱਖਦੇ ਨੇ, ਹੈ ਨਾ। ਅਤੇ ਉਹ ਜਿਵੇਂ ਛੇਤੀ ਛੇਤੀ, ਮੈਨੂੰ ਤਾਂ ਨਹੀਂ ਲੱਗਦਾ ਕਿ ਤੁਹਾਡੀ ਵੀ ਕੋਈ ਚੀਜ਼ ਉਹਨਾਂ ਨੂੰ ਛੇਤੀ ਪਸੰਦ ਆਉਂਦੀ ਹੋਣੀ ਹੈ। ਮੈਂ ਹਜੇ ਇਹ ਮਾਮਲੇ 'ਚ ਬਹੁਤ ਕੱਚਾ ਜੀ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ। ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਸੀਗੇ, ਮੈਂ ਤੁਹਾਨੂੰ ਸਮਿਟਰ ਦੀ ਇੱਕ ਸਿੰਪਲ ਗੱਲ ਦੱਸਦਾ। ਜਦੋਂ ਅਸੀਂ ਛੋਟੇ ਹੁੰਦੇ ਸੀਗੇ, ਮੈਂ ਕਾਲ ਕਰਨੀ, ਪਾਪਾ ਪ੍ਰੋਗਰਾਮ 'ਤੇ ਹੁੰਦੇ ਸੀਗੇ, ਜਲੰਧਰ ਹੋਣਾ ਜਾਂ ਬਠਿੰਡੇ ਹੋਣਾ, ਮੈਂ ਫੋਨ ਕਰਨਾ ਵੀ ਮੇਰਾ ਡਾਕੂਮੈਂਟ ਨਹੀਂ ਮਿਲ ਰਿਹਾ, ਵੀ ਮੇਰਾ 10th ਦਾ ਸਰਟੀਫਿਕੇਟ ਚਾਹੀਦਾ, ਵੀ ਮੈਂ ਕਿਤੇ ਦਿਖਾਉਣਾ। ਉਹਨਾਂ ਦਾ ਕਾਲ ਆਉਣਾ, ਹੈਲੋ। ਮੈਂ ਕਿਹਾ ਪਾਪਾ ਵੀ ਡਾਕੂਮੈਂਟ ਮਿਲ ਨਹੀਂ ਰਹੇ, ਵੀ ਕਿੱਥੇ ਨੇ। ਉਹਨਾਂ ਕਹਿਣਾ ਵੀ ਓਕੇ, ਤੂੰ ਆਪਣੇ ਰੂਮ 'ਚ ਜਾ, 3rd ਨੰਬਰ ਵਾਲਾ ਡਰਾਅਰ ਖੋਲ, ਉਹਦੇ ਅੰਦਰ ਤੀਜੀ ਫਾਈਲ ਹੈ, ਉਹਦੇ ਉੱਪਰ ਸਭ ਤੋਂ ਉੱਪਰ ਤੇਰਾ 10th ਦਾ ਸਰਟੀਫਿਕੇਟ ਪਿਆ। ਅੱਛਾ, ਇੰਨਾ ਪ੍ਰੋਸਾਈਜ਼ ਮੈਂ ਆਪਣੀ ਲਾਈਫ ਦੇ ਅੰਦਰ ਕੋਈ ਬੰਦਾ ਨਹੀਂ ਦੇਖਿਆ। ਸੋ ਬਹੁਤ ਜ਼ਿਆਦਾ ਗੁੱਡ ਹੈਬਿਟ ਹੈ, ਬਟ ਮੇਰੇ ਅੰਦਰ ਹੈ ਨਹੀਂ। ਮੈਂ ਇਹ ਚੀਜ਼ ਨੂੰ ਮਿਸ ਕਰਦਾ, ਬਟ ਸਮਹਾਓ ਮੈਂ ਗੇਨ ਕਰ ਰਿਹਾ ਹੌਲੀ ਹੌਲੀ, ਵੀ ਚੀਜ਼ਾਂ ਆਪਣੇ ਅੰਦਰ ਉਹ ਢਾਲੀਆਂ ਜਾਣ। ਉਹਨਾਂ ਦੀ ਤਰ੍ਹਾਂ ਬਹੁਤ ਹੱਦ ਤੱਕ ਮੈਂ ਉਹਨਾਂ ਨੂੰ ਹੀ, ਉਹਦਾ ਵਰਗਾ ਹੀ ਬਣਨਾ ਚਾਹੁੰਦਾ। ਪਰ ਉਹਨਾਂ ਦੀ ਇਸੇ ਇੱਕ ਕੁਆਲਿਟੀ ਕਰਕੇ ਉਹਨਾਂ ਦੇ ਕੋਲੋਂ ਸ਼ਾਬਾਸ਼ ਲੈਣੀ, ਜਾਂ ਫਿਰ ਉਹਨਾਂ ਦੀ ਹਾਂ ਸੁਣਨੀ, ਉਹਦੇ ਲਈ ਤੁਹਾਨੂੰ ਕਿੰਨੀ ਕੁ ਉਡੀਕ ਕਰਨੀ ਪੈਂਦੀ ਸੀਗੀ, ਜਾਂ ਕਰਨੀ ਪੈਂਦੀ ਆ ਸਟਿਲ, ਕਿਉਂਕਿ ਤੁਹਾਡਾ ਸਟਿਲ ਕਰਨੀ ਪੈਂਦੀ ਹੈ ਜੀ, ਕਿਉਂਕਿ ਉਹ ਦੀ ਪਰਫੈਕਟ ਪਰਸਨ, ਮਤਲਬ ਮੈਂ ਇਹੀ ਕਹਿ ਸਕਦਾ, ਕਿਉਂਕਿ ਉਹਨਾਂ ਨੇ ਜੋ ਵੀ ਚੀਜ਼ ਗਾਈ ਹੈ, ਜੋ ਵੀ ਅਹੂਜਾ ਸਾਹਿਬ ਨੇ ਉਹਨਾਂ ਤੋਂ ਗਵਾਇਆ, ਉਹ ਹੂਬਹੂ ਉੱਦਾਂ ਹੀ ਗਾਈ ਗਈ ਹੈ ਜਿਹੋ ਜਿਹੀ ਅਹੂਜਾ ਸਾਹਿਬ ਨੇ ਕੰਪੋਜੀਸ਼ਨ ਦਿੱਤੀ ਸੀਗੀ। ਅਹੂਜਾ ਸਾਹਿਬ ਨਾਲ ਗਾਉਣਾ ਮੈਂ ਨਹੀਂ ਸਮਝਦਾ ਵੀ ਕਿਤੇ ਬਹੁਤ ਸੌਖੀ ਚੀਜ਼ ਆ, ਕਿਉਂਕਿ ਉਹਨਾਂ ਦੇ ਬਣਾਈਆਂ ਹੋਈਆਂ ਕੰਪੋਜ਼ਾਂ ਨੂੰ ਬਹੁਤ ਜ਼ਿਆਦਾ ਰਿਆਜ਼ ਦੀ ਲੋੜ ਪੈਂਦੀ ਹੈ। ਅੱਜ ਕੱਲ੍ਹ ਕੀ ਹੈ, ਗਾਣਾ ਅਸੀਂ ਜਾਣਦੇ ਹਾਂ 1 ਦਿਨ 'ਚ, 2 ਦਿਨ 'ਚ ਜਾਂ ਹਫ਼ਤੇ ਦੇ ਅੰਦਰ ਗੀਤ ਬਣ ਜਾਂਦਾ, ਪਰ ਪਹਿਲਾਂ ਇੱਦਾਂ ਨਹੀਂ ਸੀਗਾ। ਪਹਿਲਾਂ ਗੀਤ ਦੇ ਤਰਜ਼ ਦੇ ਉੱਤੇ ਹੀ ਬਹੁਤ ਜ਼ਿਆਦਾ ਟਾਈਮ ਲੱਗਦਾ ਸੀਗਾ, ਵੀ ਆਪਾਂ ਤਰਜ਼ ਬਣਾਵਾਂਗੇ, ਉਸ ਤੋਂ ਬਾਅਦ ਉਹਦਾ ਮਿਊਜ਼ਿਕ ਡਿਸਾਈਡ ਹੋਊਗਾ, ਫਿਰ ਬਾਕੀ ਦੇ ਜਿੰਨੇ ਅੱਜ ਕੱਲ੍ਹ ਮਿਕਸਿੰਗ ਹੋ ਗਿਆ, ਵੀਡੀਓ ਹੋ ਗਿਆ, ਬਾਅਦ 'ਚ ਡਿਸਾਈਡ ਹੁੰਦਾ ਸੀਗਾ। ਜਿਹੜਾ ਇਹ ਬੁੱਗਾ ਆ, ਇਹ ਉਹਨਾਂ ਦਾ ਤਖੱਲਸ ਹੈ ਜਿਹੜਾ ਅੱਗੇ ਤੁਸੀਂ ਵੀ ਲੈ ਕੇ ਜਾ ਰਹੇ ਹੋ, ਜਾਂ ਇਹ ਵਰਡ ਇਹ ਕਿੱਥੋਂ ਆਇਆ? ਇਹ ਬੁੱਗਾ ਨਾਮ ਹੈ ਜੀ, ਜਿਹੜਾ ਇਹ ਮੇਰੀ ਦਾਦੀ ਜੀ ਨੇ, ਜਸਵੰਤ ਕੌਰ ਨੇ, ਉਹਨਾਂ ਦਾ ਰੱਖਿਆ ਹੋਇਆ ਇਹ। ਕਿਉਂਕਿ ਫਾਦਰ ਸਾਹਿਬ ਸਾਰਿਆਂ ਤੋਂ ਛੋਟੇ ਸੀਗੇ, ਤੇ ਫਿਰ ਕਹਿੰਦੇ ਹੁੰਦੇ ਸੀਗੇ ਵੀ ਬੁੱਗੇ ਤੂੰ ਕਿੱਧਰ ਚੱਲਾਂ, ਬੁੱਗੇ ਤੂੰ ਇੱਧਰ ਨਾ ਲੰਘ ਜੀ, ਹੈ ਨਾ। ਉਸ ਵਾਰ ਤੋਂ ਫਿਰ ਬੁੱਗਾ ਪੈਣ ਲੱਗ ਗਿਆ, ਬੁੱਗਾ ਹੀ ਕਹਿਣ ਲੱਗ ਗਏ ਘਰੇ। ਤੇ ਫਾਦਰ ਸਾਹਿਬ ਦਾ ਜਦੋਂ ਆਰਟਿਸਟਿਕ ਨੇਮ ਹੋ ਗਿਆ ਜਿਹੜਾ, ਉਹ ਫਿਰ ਸਤਵਿੰਦਰ ਬੁੱਗਾ ਰੱਖਿਆ ਗਿਆ। ਪਰ ਤੁਹਾਡੇ ਲਈ ਕੋਈ ਚੋਇਸ ਹੋਰ ਵੀ ਹੋ ਸਕਦੀ ਸੀਗੀ, ਤੁਸੀਂ ਵੀ ਉਸੇ ਨਾਮ ਨੂੰ ਕਿਉਂ ਕੰਟੀਨਿਊ ਕਰਨ ਦਾ ਸੋਚਿਆ? ਤੁਹਾਨੂੰ ਲੱਗਿਆ ਕਿ ਇਹਦੇ ਨਾਲ ਮੈਨੂੰ ਵੀ ਪਛਾਣਨਾ ਇੰਡਸਟਰੀ ਲਈ ਸੌਖਾ ਹੋ ਜਾਊਗਾ? ਨਹੀਂ ਜੀ, ਮੇਰਾ ਇਹੀ ਮੋਟਿਵ ਹੈ ਵੀ ਮੈਂ ਆਪਣੇ ਫਾਦਰ ਦਾ, ਜਿਹੜੀ ਮੇਰੇ ਫਾਦਰ ਦੀ ਲੈਗੇਸੀ ਹੈ, ਮੈਂ ਉਹਨੂੰ ਅੱਗੇ ਲੈ ਕੇ ਜਾਵਾਂ, ਨਾ ਕਿ ਮੈਂ ਆਪਣੀ ਖੁਦ ਦੀ ਲੈਗੇਸੀ ਕੋਈ ਸ਼ੁਰੂ ਕਰਾਂ। ਨਹੀਂ, ਉਹ ਆਲਰੇਡੀ ਇੱਕ ਚੀਜ਼ ਸ਼ੁਰੂ ਹੋਈ ਹੈ, ਜਿਹੜੀ ਵੀ ਅੱਗੇ ਮੇਰੇ ਬੱਚੇ ਹੋਣਗੇ, ਉਹ ਵੀ ਉਹ ਇਸੇ ਚੀਜ਼ ਨੂੰ, ਲੈਗੇਸੀ ਨੂੰ ਅੱਗੇ ਲੈ ਕੇ ਜਾਣ। ਇਹੀ ਹੈ। ਅੱਛਾ, ਹਾਂਜੀ। ਤੁਹਾਨੂੰ ਕਦੇ ਸਟਾਰ ਕਿਡ ਵਾਲੀ ਫੀਲਿੰਗ ਆਈ ਆ ਕਿ ਮੈਂ ਪੰਜਾਬ ਦੇ ਏਡੇ ਵੱਡੇ ਗਾਇਕ ਦਾ ਬੇਟਾ ਆ, ਜਾਂ ਇਸ ਇੰਡਸਟਰੀ 'ਚ ਆਉਣ ਲੱਗਿਆ, ਤੁਹਾਨੂੰ ਲੱਗਿਆ ਹੋਵੇ ਕਿ ਮੇਰੇ ਲਈ ਥੋੜ੍ਹਾ ਜਿਹਾ ਸੌਖਾ, ਕਿਉਂਕਿ ਮੇਰੇ ਫਾਦਰ ਦੀ ਇੰਨੇ ਸਾਲਾਂ ਦੀ ਮਿਹਨਤ ਆ, ਉਹ ਮੇਰੇ ਵੀ ਕੰਮ ਆਊਗੀ? ਬਹੁਤ ਘੱਟ ਮੈਂ ਫਾਦਰ ਸਾਹਿਬ ਮੈਨੂੰ ਬਹੁਤ ਘੱਟ ਆਪਣੇ ਨਾਲ ਲੈ ਕੇ ਜਾਂਦੇ ਸੀਗੇ, ਕਿਉਂਕਿ ਉਹ ਨਹੀਂ ਚਾਹੁੰਦੇ ਸੀਗੇ ਵੀ ਮੈਂ ਇਸ ਫੀਲਡ 'ਚ ਆਵਾਂ। ਅੱਛਾ। ਉਹਨਾਂ ਦਾ ਇਹ ਸੀਗਾ ਵੀ ਤੂੰ ਪੜ੍ਹ ਲਿਖ, ਕੋਈ ਵਧੀਆ ਜੌਬ ਕਰ,
ਜੇ ਤੂੰ ਬਾਹਰ ਜਾਣਾ ਚਾਹੁੰਦਾ ਤੂੰ ਬਾਹਰ ਜਾ ਸਕਦਾ, ਪਰ ਸਿੰਗਿੰਗ ਵੱਲ ਨਹੀਂ ਆਉਣਾ। ਬਹੁਤ ਦੇਰ ਤੱਕ ਅਸੀਂ ਇਸੇ ਚੀਜ਼ ਨਾਲ ਲੜਦੇ ਰਹੇ ਹਾਂ ਵੀ ਮੈਂ ਇਹ ਕਰਨਾ, ਮੈਂ ਉਹ ਕਰਨਾ, ਜਾਂ ਮੈਂ ਸਿੰਗਿੰਗ ਕਰਨੀ ਹੈ। ਅੱਛਾ। ਹਾਂਜੀ। ਤੇ ਸਟਾਰ ਕਿਡ ਵਾਲੀ ਜੇ ਤੁਸੀਂ ਕਹੋ ਫੀਲਿੰਗ ਮੈਨੂੰ ਬਹੁਤ ਘੱਟ ਹੀ ਆਈ ਆ। ਮੈਂ ਆਲ ਦਾ ਟਾਈਮ ਘਰੇ ਹੁੰਦਾ ਸੀਗਾ, ਪੜ੍ਹਨ ਲਈ ਕਿਹਾ ਜਾਂਦਾ ਸੀਗਾ, ਈਵਨ ਕਿ ਸਕੂਲ ਦੇ ਅੰਦਰ ਵੀ ਮੈਂ ਕਦੇ ਦੱਸਣਾ ਨਹੀਂ ਕਿਸੇ ਨੂੰ ਵੀ ਮੈਂ ਕੌਣ ਹੈ। ਅੱਛਾ। ਹਾਂਜੀ, ਕਿਉਂਕਿ ਫਿਰ ਲੋਕ ਤੁਹਾਡੇ ਕਲੋਜ਼ ਆਉਣ ਲੱਗ ਜਾਂਦੇ ਆ, ਤੇ ਮੈਨੂੰ ਕੋਈ ਮੇਰੇ ਫਾਦਰ ਕਰਕੇ ਜਾਣੇ ਜਾਂ ਮੈਨੂੰ ਉਸ ਚੀਜ਼ ਕਰਕੇ ਪ੍ਰੇਜ਼ ਕਰੇ ਤੇ ਮੈਨੂੰ ਉਹ ਚੰਗਾ ਨਹੀਂ ਲੱਗਦਾ। ਲੋਕ ਕਿਉਂਕਿ ਐਜ਼ ਅ ਚਾਈਲਡ ਮੈਨੂੰ ਇਹ ਚਾਹੀਦਾ ਵੀ ਜਿਹੜਾ ਮੈਨੂੰ ਪਸੰਦ ਕਰਦਾ ਉਹ ਮੇਰੇ ਕਲੋਜ਼ ਆ ਸਕਦਾ। ਮੇਰੇ ਫਾਦਰ ਕਰਕੇ ਮੇਰੇ ਕੋਲ ਬਹੁਤ ਜਣੇ ਆਉਂਦੇ ਹੁੰਦੇ ਸੀਗੇ ਜਿਨ੍ਹਾਂ ਨੂੰ ਪਤਾ। ਅੱਛਾ। ਹਾਂਜੀ। ਤੇ ਤੁਹਾਡੀ ਸਿੰਗਿੰਗ ਦੀ ਤਾਲੀਮ ਸਾਰੀ ਫਿਰ ਉਹਨਾਂ ਤੋਂ ਰਹੀ? ਉਹਨਾਂ ਨੇ ਤੁਹਾਨੂੰ ਕਦੇ ਇੱਦਾਂ ਬੈਠ ਕੇ ਸਿਖਾਇਆ ਜਾਂ ਤੁਸੀਂ ਕਦੇ ਪੁੱਛਿਆ ਉਹਨਾਂ ਨੂੰ ਕਿ ਪਾਪਾ ਮੈਨੂੰ ਇਹ ਚੀਜ਼ ਦੱਸ ਦਿਓ? ਜੇ ਇਹਨੂੰ ਐਕਸਪਲੇਨ ਕਰਨਾ ਹੋਵੇ ਜੀ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਕਿੱਸਾ ਦੱਸਦਾ। ਜਦੋਂ ਮੈਂ 10th 'ਚ ਸੀਗਾ, ਮੇਰੇ ਫਾਦਰ ਸਾਹਿਬ ਨੇ ਮੈਨੂੰ ਨਾ ਸਪੋਰਟ ਕਰਕੇ ਹੀ ਬਹੁਤ ਵੱਡੀ ਸਪੋਰਟ ਕੀਤੀ ਹੈ। ਅੱਛਾ। ਜਦੋਂ ਮੈਂ 10th 'ਚ ਸੀਗਾ, ਮੈਂ ਫਾਦਰ ਸਾਹਿਬ ਨੂੰ ਕਿਹਾ ਵੀ ਮੈਂ ਹਾਰਮੋਨੀਅਮ ਵਜਾਉਣਾ, ਜੇ ਮੈਂ ਸਿੱਖਣਾ ਕਿੱਦਾਂ। ਉਹਨਾਂ ਦਾ ਰਿਸਪੌਂਸ ਹੈ ਪਿਆ ਵਜਾ ਲਾ। ਅੱਛਾ। ਮੈਂ ਬੜਾ ਪਰੇਸ਼ਾਨ ਵੀ ਯਾਰ ਇਹ ਕੀ ਹੋ ਗਿਆ। ਫਿਰ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਥੋੜ੍ਹਾ ਜਿਹਾ ਮੁਰਝਾ ਗਿਆ, ਫਿਰ ਉਹਨਾਂ ਨੇ ਮੈਨੂੰ ਇੱਕ ਗੱਲ ਹੋਰ ਕਹੀ। ਕਹਿੰਦੇ ਜੇ ਤੇਰੇ ਅੰਦਰ ਹੈਗਾ ਨਾ ਤਾਂ ਵਾਜਾ ਤੈਨੂੰ ਆਪ ਦੱਸੂਗਾ ਵੀ ਇਹਨੇ ਵੱਜਣਾ ਕਿਵੇਂ ਹੈ। ਅੱਛਾ, ਬਹੁਤ ਵੱਡੀ ਗੱਲ ਸੀ। ਤੇ ਫਿਰ ਮੈਂ ਆਪਣੇ ਦਿਲ ਤੇ ਲਾ ਲਈ ਉਹ ਗੱਲ ਵੀ ਮੈਨੂੰ ਇੱਦਾਂ ਕਹਿਤਾ ਵੀ ਇਹ ਵਾਜਾ ਹੀ ਦੱਸੂਗਾ, ਤੇ ਫਿਰ ਮੈਂ ਵਾਜੇ ਦੇ ਦੁਆਲੇ ਹੋ ਗਿਆ। ਮੈਂ 7 ਦਿਨ ਬਾਅਦ ਇੱਕ ਗਾਣਾ ਕੱਢ ਕੇ ਰੱਖ ਲਿਆ। ਹਜੇ ਉਨਾ ਪਰਫੈਕਟ ਨਹੀਂ ਸੀਗਾ, ਬਟ ਮੈਂ ਔਖਾ ਗਾਣਾ ਹੀ ਫੜਿਆ। ਤੇ ਉਹ ਗਾਣਾ ਸੀਗਾ ਵੀ ਮੈਂ ਸੁਣਾ ਸਕਦਾ? ਸੋਹਣੀਏ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ, ਨੀ ਰੱਬ ਦੀ ਸੌ ਮੈਂ ਮਰ ਜਾਵਾਂ, ਦੁਨੀਆ ਤੋਂ ਡਰ ਕੇ ਜੇ ਤੈਨੂੰ ਛੱਡ ਜਾਵਾਂ, ਨੀ ਅੱਲਾ ਦੀ ਸੌ ਮੈਂ ਮਰ ਜਾਵਾਂ। ਸੋ ਜਦੋਂ 7 ਕੁ ਦਿਨ ਬਾਅਦ ਮੈਂ ਇਹ ਗੀਤ ਕੱਢਿਆ ਤੇ ਮੈਂ ਕਿਹਾ ਜੀ ਇਹ ਕੱਢਿਆ, ਇਹ ਠੀਕ ਹੈ। ਤੇ ਉਹਨਾਂ ਦਾ ਰਿਸਪੌਂਸ ਆਇਆ ਵੀ ਤੈਂ ਕੱਢਿਆ ਇਹ? ਮੈਂ ਕਿਹਾ ਹਾਂਜੀ। ਨਹੀਂ ਤੂੰ ਕਿਸੇ ਦੀ ਹੈਲਪ ਲੱਤੀ ਹੈ? ਮੈਂ ਕਿਹਾ ਨਹੀਂ ਜੀ ਮੈਂ ਆਪ ਕੱਢਿਆ। ਕਹਿੰਦੇ ਫਿਰ ਉਦੋਂ ਪਹਿਲੀ ਵਾਰ ਜ਼ਿੰਦਗੀ 'ਚ ਮੈਂ ਥੋੜ੍ਹਾ ਜਿਹਾ ਦੇਖਿਆ ਵੀ ਉਹ ਖੁਸ਼ ਵੀ ਹੋਇਆ, ਤੇ ਇਹ ਵੀ ਸੀਗੇ ਵੀ ਮੈਂ ਯਾਰ ਮੈਂ ਇਹ ਫੀਲਡ 'ਚ ਇਹਨੂੰ ਪਾਉਣਾ ਨਹੀਂ ਚਾਹੁੰਦਾ, ਬਟ ਇੱਕ ਖੁਸ਼ੀ ਦੇਖੀ ਸੀਗੀ ਵੀ ਹਾਂ ਵੀ ਇਹਦੇ ਅੰਦਰ ਹੈ ਥੋੜ੍ਹੀ ਜਿਹੀ ਫਾਇਰ ਹੈਗੀ ਹੈ ਗਾਉਣੇ ਵਾਲੀ। ਫਿਰ ਸਭ ਤੋਂ ਜ਼ਿਆਦਾ ਮੌਕਾ ਮੈਨੂੰ ਉਦੋਂ ਮਿਲਿਆ ਜਦੋਂ ਮੈਂ ਕਾਲਜ ਦੇ ਅੰਦਰ 2nd ਈਅਰ ਦੇ ਅੰਦਰ ਸੀਗਾ, ਤੇ ਮੈਂ ਗੀਤ ਮਾਫ ਕਰੀ ਯਾਰਾ ਕੀਤਾ 2011 'ਚ। ਤੇ ਗਲਤ ਗੀਤ ਸੀਗਾ ਉਹ, ਮਿਊਜ਼ਿਕ ਵੀ ਗਲਤ ਸੀਗਾ ਉਹਦਾ, ਕਿਉਂਕਿ ਖੁਦ ਬ ਖੁਦ ਆਪਣੇ ਆਪ ਆਪਣੇ ਬੇਸਿਸ ਤੇ ਬਣਾਇਆ ਸੀਗਾ। ਤੇ ਫਿਰ ਜਦੋਂ ਤੁਸੀਂ ਕਿਸੇ ਜਾ ਕੇ ਇੱਕ ਪਰਫੈਕਟ ਬੰਦੇ ਨੂੰ ਦਿਖਾਉਣਾ, ਫਿਰ ਉਹ ਗਲਤੀਆਂ ਤਾਂ ਕੱਢਣਗੇ। ਬਿਲਕੁਲ। ਤੇ ਉਹਨਾਂ ਨੇ ਕਿਹਾ ਵੀ ਇਹ ਗਾਣਾ ਬਹੁਤ ਇਮੈਚੁਰ ਆ, ਪਰ ਗਾਣੇ ਦੇ ਜਿਹੜੇ ਮੇਨ ਬੋਲ ਆ ਉਹ ਬਹੁਤ ਅੱਛੇ ਆ, ਤੇ ਕੰਪੋਜ਼ ਵੀ ਸੈੱਟ ਕਰਨੇ ਵਾਲੀ ਆ। ਫਿਰ ਅਸੀਂ 1-2 ਮਹੀਨੇ ਉਹ ਗੀਤ ਤੇ ਲਾਏ। ਫਿਰ ਮਿਊਜ਼ਿਕ ਵੀ ਦਿਲਖੁਸ਼ ਥਿੰਦ ਜੀ ਨੇ ਬਹੁਤ ਵਧੀਆ ਮਿਊਜ਼ਿਕ ਕੀਤਾ ਸੀਗਾ ਉਹਦਾ। ਉਹ ਸ਼ਫੀ ਜਲਬੇੜਾ ਜੀ ਦਾ ਲਿਖਿਆ ਸੀਗਾ ਇਹ ਗੀਤ। ਫਿਰ ਉਦੋਂ ਫਾਦਰ ਸਾਹਿਬ ਨੇ ਵਿੱਚ ਬਾਰੀਕੀਆਂ ਮੈਨੂੰ ਦੱਸੀਆਂ, ਸਟਾਰਟਿੰਗ ਕਿੱਦਾਂ ਕਰਨੀ ਆ, ਮੁਕਾ ਕਿੱਦਾਂ ਕਰਨਾ, ਕਿਹੜੀਆਂ ਚੀਜ਼ਾਂ ਐਡ ਔਨ ਹੋਣਗੀਆਂ। ਉਹ ਚੀਜ਼ ਮੈਂ ਆਪਣੇ ਅੰਦਰ ਇਸ ਹਿਸਾਬ ਨਾਲ ਐਬਜ਼ੋਰਬ ਕੀਤੀਆਂ ਵੀ ਸਟਿਲ ਮੈਂ ਉਹੀ ਚੀਜ਼ਾਂ ਆਪਣੀ ਗਾਇਕੀ ਦੇ ਅੰਦਰ ਵਰਤਦਾ। ਪਰ ਕਦੇ ਤੁਸੀਂ ਉਹਨਾਂ ਨੂੰ ਇਹ ਸਵਾਲ ਕੀਤਾ ਜਾਂ ਫਿਰ ਤੁਸੀਂ ਇਸ ਚੀਜ਼ ਨੂੰ ਸਮਝ ਸਕੇ ਵੀ ਉਹ ਕਿਉਂ ਚਾਹੁੰਦੇ ਸੀਗੇ ਕਿ ਤੁਸੀਂ ਇਸ ਫੀਲਡ 'ਚ ਨਾ ਆਓ? ਇਹਦੇ ਪਿੱਛੇ ਜਿਹੜਾ ਮੈਨੂੰ ਮੁੱਖ ਕਾਰਨ ਲੱਗਦਾ ਜੀ, ਮੇਰੇ ਫਾਦਰ ਸਾਹਿਬ ਸ਼ਰਾਬ ਨਹੀਂ ਪੀਂਦੇ ਹੈਗੇ ਜਮਾਂ ਵੀ। ਸਾਡੇ ਈਵਨ ਕਿ ਪਰਿਵਾਰ ਦੇ ਅੰਦਰ ਸਾਡੇ 3 ਪੀੜ੍ਹੀਆਂ ਹੋ ਗਈਆਂ,
ਅਸੀਂ ਸ਼ਰਾਬ ਆਂਡਾ ਮੀਟ ਮਤਲਬ ਹੈ ਹੀ ਨਹੀਂ ਸਾਡੇ ਪਰਿਵਾਰ ਦੇ ਅੰਦਰ। ਤੇ ਉਹਨਾਂ ਨੂੰ ਇਹ ਸੀਗਾ ਵੀ ਮੈਨੂੰ ਇਹ ਲੱਗਦਾ ਸਾਡੀ ਕਦੇ ਗੱਲਬਾਤ ਇਸ ਮਾਮਲੇ 'ਚ ਹੋਈ ਨਹੀਂ ਹੈਗੀ ਵੀ ਆਲ ਦਾ ਟਾਈਮ ਜਦੋਂ ਅਸੀਂ ਕਿਤੇ ਜਾਣਾ ਤੇ ਇਹ ਰਿਸਪੈਕਟਫੁਲ ਜੌਬ ਨਹੀਂ ਹੈਗੀ। ਅੱਛਾ, ਉਹਨਾਂ ਨੂੰ ਇਹ ਲੱਗਦਾ ਤੇ ਬਹੁਤ ਹੱਦ ਤੱਕ ਠੀਕ ਵੀ ਹੈਗੇ, ਕਿਉਂਕਿ ਮੈਂ ਵੀ ਜੇ ਖੁਦ ਦੇਖਾਂ ਸਟੇਜ ਦੇ ਉੱਤੇ ਜਦੋਂ ਉਹਨਾਂ ਨੇ ਗਾਇਆ ਕਰਨਾ, ਕੋਈ ਵੀ ਬੰਦਾ ਆਉਂਦਾ ਤੇ ਹੁਣ ਇੱਕ ਸਿੰਗਰ ਨੂੰ ਇੱਥੋਂ ਫੜ ਕੇ ਵੀ ਇੱਥੇ ਆ ਥੱਲੇ ਉਹ ਫਿਰ ਉਹ ਬਹੁਤ ਬੈਡ ਫੀਲ ਹੁੰਦਾ ਹੈ ਨਾ। ਉੱਪਰੋਂ ਸ਼ਰਾਬ ਪੀਤੀ ਹੋਣੀ ਉਹਨਾਂ ਨੇ ਤੇ ਉਹ ਤਾਂ ਬਹਿੰਦੇ ਹੀ ਨਹੀਂ। ਸੋ ਇਹ ਵੀ ਇਹੀ ਕਾਰਨ ਲੱਗਦਾ ਮੈਨੂੰ ਵੀ ਉਹ ਮੈਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖਣਾ ਚਾਹੁੰਦੇ ਸੀਗੇ ਵੀ ਸਮ ਹਾਊ ਮੈਂ ਸਰਵਾਈਵ ਕੀਤਾ ਆਪਣੀ ਲਾਈਫ ਦੇ ਅੰਦਰ, ਵੀ ਮੇਰਾ ਮੁੰਡਾ ਸ਼ਾਇਦ ਇਹਨਾਂ ਚੀਜ਼ਾਂ ਤੋਂ ਬਚਿਆ ਰਹੇ ਤੇ ਵਧੀਆ ਚੀਜ਼ ਆ। ਆਪਾਂ ਇਸ ਵਕਤ ਉਹਨਾਂ ਦਾ ਗਾਇਆ ਹੋਇਆ ਕੋਈ ਗੀਤ ਤੁਹਾਡੇ ਤੋਂ ਸੁਣ ਸਕਦੇ ਹੋ? ਹਾਂਜੀ, ਉਹਨਾਂ ਦਾ ਗੀਤ ਆਇਆ ਸੀਗਾ ਰੱਬ ਦੇ ਸਮਾਨ। ਹਾਂਜੀ ਹਾਂਜੀ। ਹੋਇਆ ਕਿ ਜੇ ਅਸੀਂ ਅੱਜ ਹੋ ਗਏ ਬੇਗਾਨੇ ਨੀ, ਅੱਜ ਨਹੀਂ ਤਾਂ ਕਦੇ ਸਾਡੀ ਹੁੰਦੀ ਸੀ ਰਕਾਨੇ ਨੀ। ਵਫਾ ਸਾਡੀ ਦਾ ਤੂੰ ਮੁੱਲ ਕੋਡੀ ਵੀ ਨਾ ਪਾਇਆ, ਵਫਾ ਸਾਡੀ ਦਾ ਤੂੰ ਮੁੱਲ ਕੋਡੀ ਵੀ ਨਾ ਪਾਇਆ। ਕਿਦੇ ਸਿੱਕਿਆਂ ਦਾ ਚੱਲ ਗਿਆ ਜ਼ੋਰ ਦੱਸ ਜਾਨੀ। ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀ ਏ, ਰੱਬ ਸਾਡੇ ਜੇ ਬਣਾਏ ਕਿੰਨੇ ਹੋਰ ਦੱਸ ਜਾ। ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀ ਏ, ਰੱਬ ਸਾਡੇ ਜੇ ਬਣਾਏ ਕਿੰਨੇ ਹੋਰ ਦੱਸ ਜਾਨੀ। ਬਹੁਤ ਵਧੀਆ। ਜਦੋਂ ਤੁਸੀਂ ਛੋਟੇ ਹੁੰਦੇ ਹੋਵੋਗੇ ਆਪਣੇ ਫਾਦਰ ਸਾਹਿਬ ਨੂੰ ਤੁਸੀਂ ਟੀਵੀ ਤੇ ਦੇਖਦੇ ਹੋਵੋਗੇ ਹੈ ਨਾ, ਤਾਂ ਉਦੋਂ ਜਿਹੜਾ ਤੁਹਾਡਾ ਬੱਚੇ ਸੀ ਤੁਸੀਂ ਉਸ ਟਾਈਮ ਦੇ ਉੱਪਰ ਹੈ ਨਾ, ਉਦੋਂ ਬੱਚੇ ਦੇ ਮਨ 'ਚ ਕੀ ਖਿਆਲ ਹੁੰਦੇ ਨੇ ਕਿ ਜਦੋਂ ਆਪਣੇ ਫਾਦਰ ਨੂੰ ਜਾਂ ਆਪਣੇ ਪੇਰੈਂਟ ਨੂੰ, ਆਪਣੀ ਮਦਰ ਨੂੰ, ਕਿਸੇ ਨੂੰ ਵੀ ਸਕਰੀਨ ਤੇ ਦੇਖਦਾ ਆ? ਜਦੋਂ ਪਹਿਲਾਂ ਸਾਨੂੰ ਸੋਝੀ ਨਹੀਂ ਸੀਗੀ, ਜਦੋਂ ਵਿਛੜਨ ਤੇ ਅਸੀਂ ਬਹੁਤ ਜਵਾਕ ਸੀਗੇ, ਸਾਨੂੰ ਕੋਈ ਨਹੀਂ ਆਪਣੇ ਬਚਪਨ ਤੱਕ ਦਾ ਉਹ ਹੁੰਦਾ ਵੀ ਕੋਈ ਲੈਣਾ ਦੇਣਾ ਨਹੀਂ। ਸਾਰੇ ਪਿੰਡ ਦੇ ਅੰਦਰ ਉਹਨਾਂ ਨੇ ਕਹਿਣਾ ਵੀ ਇਹ ਬੁੱਗੇ ਦਾ ਮੁੰਡਾ, ਮੈਨੂੰ ਕੋਈ ਲੈਣਾ ਦੇਣਾ ਨਹੀਂ ਸੀਗਾ ਕਿਉਂਕਿ ਆਈ ਵਾਜ਼ ਅ ਚਾਈਲਡ। ਤੇ ਜਦੋਂ ਕੁੜੀ ਪੰਜਾਬਣ ਲੱਗਦੀ ਹੈ ਐਲਬਮ ਆਈ, ਅਸੀਂ ਉਦੋਂ ਮੈਂ ਥੋੜ੍ਹਾ ਜਿਹਾ ਮੈਚਿਓਰ ਹੋ ਗਿਆ ਤੇ ਫਿਰ ਮੈਂ ਆਲੇ ਦੁਆਲੇ ਦੇਖਿਆ ਕਰਨਾ, ਗਾਣਾ ਆਉਣਾ ਟੀਵੀ ਤੇ, ਅਸੀਂ ਟੀਵੀ ਦੇ ਅੱਗੇ ਬਹਿ ਜਾਣਾ। ਉਦੋਂ PTC ਦੇ ਉੱਤੇ ਆਉਂਦਾ ਹੁੰਦਾ ਸੀਗਾ ਵੀ ਮੇਰੇ ਖਿਆਲ 9 ਵਜੇ ਸ਼ੋਅ ਆਉਂਦਾ ਹੁੰਦਾ ਸੀਗਾ ਵੀ ਜਿਹੜੇ ਨਿਊ ਰਿਲੀਜ਼ਡ ਨੇ ਉਹ ਸੌਂਗਸ ਆ ਰਹੇ ਨੇ, ਤੇ 9 ਵਜੇ ਬਹਿ ਜਾਣਾ ਗੀਤ ਦੇਖਣਾ ਟੀਵੀ ਦੇ ਉੱਤੇ। ਬੜੀ ਖੁਸ਼ੀ ਹੁੰਦੀ ਸੀਗੀ ਵੀ ਬਹੁਤ ਵੱਡੀ ਚੀਜ਼ ਸੀਗੀ ਮੇਰੇ ਲਈ। ਲੋਕਾਂ ਨੇ ਜਦੋਂ ਜਿਹੜੇ ਮੇਰੇ ਕੁਝ ਫਰੈਂਡ ਹੁੰਦੇ ਸੀਗੇ ਜਿਨ੍ਹਾਂ ਨੂੰ ਪਤਾ ਹੁੰਦਾ ਸੀਗਾ ਵੀ ਮੈਂ ਕੌਣ ਆ, ਤੇ ਉਹਨਾਂ ਨੇ ਮੇਰੇ ਨਾਲ ਉਹ ਗੱਲਬਾਤ ਕਰਨੀ ਵੀ ਗੀਤ ਬਹੁਤ ਵਧੀਆ। ਲੋਕ ਆਵਾਜਾਈ ਬਹੁਤ ਸਿੰਗਰਾਂ ਦੀ ਘਰੇ ਹੁੰਦੀ ਸੀਗੀ, ਬਹੁਤ ਕੁਛ ਮਤਲਬ ਇੰਜੋਏ ਹੁੰਦਾ, ਬਹੁਤ ਕੁਛ ਸਿੱਖਿਆ। ਤੁਹਾਡਾ ਬਚਪਨ ਕਿੱਥੇ ਬੀਤਿਆ ਜ਼ਿਆਦਾਤਰ? ਕਿਉਂਕਿ ਤੁਹਾਡੇ ਫਾਦਰ ਸਾਹਿਬ ਇੱਥੇ ਮੋਹਾਲੀ 7 ਫੇਸ ਵੀ ਰਹਿੰਦੇ ਸੀਗੇ, ਤੁਸੀਂ ਪਿੰਡ ਜ਼ਿਆਦਾ ਰਹੇ ਆਪਣੇ ਬਚਪਨ ਦੌਰਾਨ ਜਾਂ ਫਿਰ ਤੁਸੀਂ ਇੱਥੇ ਮੋਹਾਲੀ ਰਹਿੰਦੇ ਰਹੇ? ਮੈਂ ਜੇ ਕਹਾਂ ਮੇਰੀ ਅਪਬ੍ਰਿੰਗਿੰਗ ਜਿਹੜੀ ਹੋਈ ਆ ਉਹ ਮੋਹਾਲੀ ਹੀ ਹੋਈ ਹੈ। ਉਸ ਤੋਂ ਪਹਿਲਾਂ ਮੈਨੂੰ ਲੱਗਦਾ 10 ਕੁ ਸਾਲ ਅਸੀਂ ਪਿੰਡ ਰਹੇ ਹੋਣੇ, ਤੇ ਫਿਰ 2000 ਦੇ ਅੰਦਰ ਮੈਨੂੰ ਡੇਂਗੂ ਹੋ ਗਿਆ ਸੀਗਾ, ਮੇਰੀ ਸਿਸਟਰ ਨੂੰ ਵੀ ਹੋ ਗਿਆ ਸੀਗਾ, ਤੇ ਬਹੁਤ ਮਾੜਾ ਸਮਾਂ ਸੀਗਾ ਉਹ ਮੇਰੇ ਫਾਦਰ ਸਾਹਿਬ ਵਾਸਤੇ, ਕਿਉਂਕਿ ਅਸੀਂ ਇਹੋ ਜਿਹੀ ਇੱਕ ਨਵੀਂ ਬਿਮਾਰੀ ਸੀਗੀ 2000 ਦੇ ਅੰਦਰ ਡੇਂਗੂ। 120 ਪੇਸ਼ੈਂਟ ਆਏ ਸੀਗੇ ਰੋਜ਼, ਪਤਾ ਲੱਗਦਾ ਸੀਗਾ ਵੀ 10 ਗਏ। ਅੱਜ 15 ਪੂਰੇ ਹੋ ਗਏ। ਤੇ ਇਹੋ ਜਿਹੇ ਸਮੇਂ ਦੇ ਅੰਦਰ ਕਿਸੇ ਬੰਦੇ ਦੇ ਦੋਨੇ ਹੀ ਜਵਾਕ ਉਸ ਬਿਮਾਰੀ ਦੇ ਸ਼ਿਕਾਰ ਹੋਣ, ਤੇ ਉਹਨਾਂ ਤੇ ਕੀ ਬੀਤੀ ਹੋਊਗੀ ਇਹ ਬਿਆਨ ਨਹੀਂ ਕਰ ਸਕਦਾ। ਜੇ ਤੇ ਬੀਤੀ ਆ ਉਹੀ ਦੱਸ ਸਕਦਾ ਇਸ ਚੀਜ਼ ਬਾਰੇ। ਸੋ ਜਿਨ੍ਹਾਂ ਡੇਂਗੂ ਦੇ ਅੰਦਰ ਜਿੰਨੇ ਉੱਥੇ ਪੇਸ਼ੈਂਟ ਬਚੇ, ਉਹਨਾਂ 'ਚੋਂ ਸਿਰਫ ਤੇ ਸਿਰਫ 100 ਦੇ ਅੰਦਰ 5 ਜਣੇ ਬਚੇ ਸੀਗੇ। ਤੇ ਥੈਂਕ ਗੋਡ ਉਹਦੇ ਅੰਦਰ ਮੇਰੀ ਸਿਸਟਰ ਵੀ ਬਚੀ ਸੀ ਤੇ ਮੈਂ ਵੀ ਬਚ ਗਿਆ।
ਤੇ ਉਹ ਪ੍ਰਮਾਤਮਾ ਦੀਆਂ ਦੁਆਵਾਂ ਨੇ ਜਿਨ੍ਹਾਂ ਨਾਲ ਮਤਲਬ ਅਸੀਂ ਬਚੇ ਹਾਂ। ਮੈਂ ਇਹੀ ਥੈਂਕਫੁਲ ਕਰਦਾ ਆਪਣੇ ਫਾਦਰ ਤੇ ਮਦਰ ਦਾ ਵੀ ਉਹਨਾਂ ਨੇ ਸਾਡੀ ਉਸ ਹਿਸਾਬ ਨਾਲ ਟੇਕ ਕੇਅਰ ਕੀਤੀ ਉਸ ਸਮੇਂ, ਕਿਉਂਕਿ ਡਾਕਟਰਾਂ ਦਾ ਜਵਾਬ ਹੀ ਹੋ ਗਿਆ ਸੀਗਾ, ਕਿਉਂਕਿ ਮੈਂ 3 ਸੈਕਿੰਡ ਲਈ ਡੈਡ ਸੀਗਾ ਤੇ ਮੇਰੀ ਸਿਸਟਰ 6 ਸੈਕਿੰਡ ਲਈ ਡੈਡ ਸੀ। ਅੱਛਾ। ਹਾਂਜੀ। ਸੋ ਉਸ ਸਮੇਂ ਉਹ ਬਹੁਤ ਬੁਰਾ ਸਮਾਂ ਸੀਗਾ। ਫਿਰ ਡਾਕਟਰਾਂ ਦੀ ਰੈਫਰੈਂਸ ਤੇ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਹੁਣ ਪਿੰਡ ਨਹੀਂ ਜਾਣਾ ਹੈਗਾ, ਵੀ ਬੱਚਿਆਂ ਨੂੰ ਮੋਹਾਲੀ ਹੀ ਰੱਖਿਆ ਜਾਵੇ, ਉੱਦਾਂ ਦੇ এনवायरमेंट ਤੋਂ ਦੂਰ ਵੀ ਇਹ ਦੁਬਾਰਾ ਬਿਮਾਰ ਨਾ ਹੋ ਸਕਣ। ਸੋ ਉਸ ਵਕਤ ਮੈਂ ਇਹ ਗੱਲ ਜ਼ਰੂਰ ਦੱਸਣਾ ਚਾਹੂੰਗਾ, ਕਿਉਂਕਿ ਮੇਰਾ ਨਵਾਂ ਜਨਮ ਹੋਇਆ ਸੀਗਾ ਤੇ ਮੇਰੀ ਨਵੇਂ ਜਨਮ ਦੇ ਅੰਦਰ ਮੇਰੇ ਭੂਆ ਜੀ ਨੇ, ਕਮਲਜੀਤ ਨੀਰੂ ਜੀ, ਮੈਂ ਉਹਨਾਂ ਦੇ ਜੀਜਾ ਜੀ, ਉਹਨਾਂ ਦੇ ਘਰੇ 27 ਸੈਕਟਰ ਰਿਹਾ ਸੀਗਾ ਤੇ ਉਹਨਾਂ ਨੇ ਹੀ ਮੈਨੂੰ ਪਾਲਿਆ ਫਿਰ ਉੱਥੇ। ਅੱਛਾ। ਹਾਂਜੀ। ਤੇ ਕਿਉਂਕਿ ਫਾਦਰ ਸਾਹਿਬ ਨਾਲ ਬਹੁਤ ਨੇੜਤਾ ਸੀਗੀ ਭੂਆ ਜੀ ਦੀ, ਤੇ ਬਸ ਮੈਨੂੰ ਇੰਨਾ ਪਿਆਰ ਮੈਨੂੰ ਲੱਗਦਾ ਘਰੇ ਨਹੀਂ ਮਿਲਿਆ ਹੋਣਾ ਜਿੰਨਾ ਮੈਨੂੰ ਉੱਥੇ ਮਿਲਿਆ। ਵੱਡੇ ਭੂਆ ਜੀ ਸੀਗੇ ਤੇ ਫੁੱਫੜ ਜੀ ਸਾਡੇ, ਬਹੁਤ ਕੁਛ ਮੈਂ ਮਤਲਬ ਅੱਜ ਵੀ ਜੇ ਮੈਂ ਯਾਦ ਕਰਦਾ ਮੇਰੇ ਅੰਦਰ ਗੁਬਾਰ ਜਾ ਜਾਂਦਾ। ਕਾਫੀ ਸਾਲ ਰਹੇ ਫਿਰ ਤੁਸੀਂ ਇੱਥੇ? ਮੈਂ ਫਿਰ ਉਸ ਤੋਂ ਬਾਅਦ ਮੈਂ ਜੀ 12 ਸਾਲ ਅਸੀਂ ਚੰਡੀਗੜ੍ਹ ਰਹੇ ਤੇ ਫਿਰ ਉਸ ਤੋਂ ਬਾਅਦ ਸਾਡੇ ਦਾਦੀ ਜੀ ਹਾਰਟ ਅਟੈਕ ਹੋਇਆ ਸੀਗਾ। ਅੱਛਾ। ਤੇ ਫਿਰ ਮਜਬੂਰੀ ਨਹੀਂ, ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਵੀ ਅਸੀਂ ਉਹਨਾਂ ਦੀ ਟੇਕ ਕੇਅਰ ਕਰੀਏ, ਕਿਉਂਕਿ ਉਹ ਬੈਡ ਫੇਸ ਤੇ ਸੀਗੇ ਤੇ ਅਸੀਂ ਇੱਕ ਹਰੇਕ ਪੁੱਤ ਦਾ ਇਹ ਫਰਜ਼ ਬਣਦਾ ਜਦੋਂ ਉਹਦੀ ਮਾਂ ਤੇ ਕੋਈ ਵਿਪਤਾ ਆਵੇ ਤਾਂ ਉਹ ਉਸੇ ਵਕਤ ਹੀ ਸਾਰੀਆਂ ਚੀਜ਼ਾਂ ਭੁੱਲ ਕੇ ਹਾਜ਼ਰ ਹੋ ਜਾਵੇ, ਤੇ ਉਹੀ ਕੰਮ ਫਾਦਰ ਸਾਹਿਬ ਨੇ ਕੀਤਾ। ਫਿਰ ਉਹ ਆਪਣੇ ਮਦਰ ਕੋਲ ਗਏ, ਟੇਕ ਕੇਅਰ ਕੀਤੀ ਤੇ ਫਿਰ ਅਸੀਂ ਮੂਵ ਔਨ, ਫਿਰ ਪਿੰਡ ਲੰਘ ਗਏ ਸੀਗੇ। ਅੱਛਾ। ਫਿਰ ਉਸ ਤੋਂ ਬਾਅਦ ਤੁਸੀਂ ਪਿੰਡ ਰਹੇ? ਹਾਂਜੀ, ਮਤਲਬ ਅਪਬ੍ਰਿੰਗਿੰਗ ਜੇ ਤੁਸੀਂ ਕਹਿ ਸਕਦੇ ਆ ਵੀ ਮੇਰੀ ਪਿੰਡ ਦੀ ਹੈ ਜਾਂ ਸ਼ਹਿਰ ਦੀ ਆ, ਇਹ ਮਿਕਸਡ ਹੈ। ਤੇ ਉਸ ਅੱਜ ਕੱਲ ਤੁਸੀਂ ਕੈਨੇਡਾ ਰਹਿ ਰਹੇ ਹੋ, ਹਨਾ? ਹਾਂਜੀ, ਹੁਣ ਮੈਂ ਕੈਨੇਡੀਅਨ ਹੋ ਗਿਆ। ਸਾਡੇ ਵਿੱਚ ਸਿਮਿਲੈਰਿਟੀਜ਼ ਨੇਗੇ। ਤੁਹਾਡੇ ਫਾਦਰ ਸਾਹਿਬ ਵੀ ਸੇਮ ਕਾਲਜ ਤੋਂ ਪਾਸ ਆਊਟ ਨੇ ਜਿੱਥੋਂ ਮੇਰੀ ਮਾਸਟਰਸ ਹੈ, ਐਂਡ ਤੁਸੀਂ ਵੀ ਉੱਥੇ ਕੁਝ ਸਾਲ ਮਿਲਦਾ 5 ਤੋਂ 6 ਸਾਲ ਪੜ੍ਹੇ ਹੋ ਤੁਸੀਂ? ਮੈਂ ਪੜ੍ਹਿਆ ਜੀ ਤੁਹਾਡੇ ਨਾਲ ਵਾਲੇ ਗਵਾਂਢੀ ਕਾਲਜ ਬਾਬਾ ਬੰਦਾ ਸਿੰਘ ਬਹਾਦਰ। ਹਾਂਜੀ। ਅੱਛਾ। ਮੈਨੂੰ ਲੱਗੇ ਤੁਸੀਂ ਮਾਤਾ ਗੁਜਰੀ ਦੇ ਵੀ ਸਟੂਡੈਂਟ ਰਹੇ ਹੋ ਮਾਤਾ ਗੁਜਰੀ ਕਾਲਜ ਦੇ? ਨਹੀਂ ਜੀ। ਅੱਛਾ। ਉਹਦਾ ਆਉਣਾ ਜਾਣਾ ਬਹੁਤ ਸੀਗਾ ਉੱਥੇ। ਹਾਂ। ਤੇ ਕਿਉਂਕਿ ਕਾਲਜ ਨੇੜੇ ਸੀਗਾ, ਉੱਥੇ ਯੂਥ ਫੈਸਟੀਵਲ ਬਹੁਤ ਵਧੀਆ ਹੁੰਦਾ ਸੀਗਾ ਮਾਤਾ ਗੁਜਰੀ ਦਾ, ਤੇ ਅਸੀਂ ਜਦ ਕਿਤੇ ਹੋਇਆ ਕਰਨਾ ਮੈਂ ਉੱਥੇ ਬਕਾਇਦਾ ਜਾਣਾ ਵੀ ਯਾਰ ਵੀ ਫੋਕ ਸੌਂਗ ਹੈ, ਭੰਗੜਾ, ਇਹ ਦੇਖ ਕੇ ਆਉਣਾ ਜ਼ਰੂਰ। ਇੱਕ ਵਾਰੀ ਨਾ ਉੱਥੇ ਆਪਣੀ ਤੀਜ ਫੈਸਟ ਸੀਗਾ ਐਂਡ ਚੀਫ ਗੈਸਟ ਸੀਗੇ ਤੁਹਾਡੇ ਫਾਦਰ ਸਾਹਿਬ, ਤੇ ਮੈਂ ਸਟੇਜ ਕੰਡਕਟ ਕਰ ਰਹੀ ਸੀ। ਮੈਂ ਦੱਸਣਾ ਚਾਹੁੰਦੀ ਵੀ ਇੰਨੇ ਪਾਰਟਿਕੂਲਰ ਨੇ ਹਰ ਇੱਕ ਚੀਜ਼ ਨੂੰ ਲੈ ਕੇ, ਤੇ ਜਦੋਂ ਮੈਨੂੰ ਲੱਗਿਆ ਵੀ ਕਿਉਂਕਿ ਸਾਰਿਆਂ ਨੇ ਕਿਹਾ ਵਧੀਆ ਕੀਤਾ, ਮੈਨੂੰ ਵੀ ਲੱਗਿਆ ਵੀ ਹਾਂ ਵਧੀਆ ਹੋ ਗਿਆ, ਤੇ ਉਹਨਾਂ ਨੇ ਮੈਨੂੰ ਬੁਲਾਇਆ ਆਪਣੇ ਕੋਲੇ, ਅੱਖਰ ਕਰੈਕਟ ਕੀਤਾ। ਹਾਂ, ਉਹਨਾਂ ਨੇ ਮੇਰਾ ਸੱਸੇ ਦੇ ਪੈਰ 'ਚ ਬਿੰਦੀ ਲਵਾਈ, ਖੱਖੇ ਦੇ ਪੈਰ 'ਚ। ਤੁਸੀਂ ਜੇ ਮੈਂ ਐਕਸਪਲੇਨ ਕਰਨਾ ਚਾਹਾਂ, ਮੈਂ ਵਰਡ ਕੋਈ ਬੋਲਿਆ ਹਨਾ, ਤਾਂ ਉੱਥੇ ਮੈਂ ਬੋਲਦਿਆਂ ਹੋਇਆ ਖੱਖੇ ਦੇ ਪੈਰ 'ਚ ਬਿੰਦੀ ਨੂੰ ਮਿਸ ਕਰਤਾ, ਤੇ ਉਹਨਾਂ ਨੇ ਮੈਨੂੰ ਬੁਲਾਇਆ ਕਿ ਖੱਖੇ ਦੇ ਪੈਰ 'ਚ ਬਿੰਦੀ ਲੱਗੀ ਹੋਈ ਆ। ਇਹੀ ਚੀਜ਼ ਮੇਰੇ ਬੋਲਣ ਦੇ ਅੰਦਰ ਵੀ ਸਾਨੂੰ ਛੋਟੇ ਹੁੰਦੇ ਤੋਂ ਬਹੁਤ ਜ਼ਿਆਦਾ ਟੋਕਿਆ ਜਾਂਦਾ ਸੀਗਾ ਵੀ ਬਿੰਦੀਆਂ ਦਾ ਖਾਸ ਖਿਆਲ ਰੱਖਣਾ। ਤੁਸੀਂ ਪੰਜਾਬੀ ਜ਼ੁਬਾਨ ਨੂੰ ਵਿਗਾੜ ਨਹੀਂ ਸਕਦੇ, ਤੁਸੀਂ ਸਾਂਭਣੀ ਹੈ। ਤੇ ਮੇਰਾ ਇਹ ਮੰਨਣਾ ਵੀ ਜਿੰਨੀ ਉਹਨਾਂ ਦੀ ਲਿਖੀ ਹੋਈ ਕੋਈ ਵੀ ਚੀਜ਼ ਹੈ ਜਿਹੜੀ ਜੇ ਕਿਸੇ ਨੇ ਪੜ੍ਹਨੀ ਹੈ ਤਾਂ ਉਹ ਪੂਰੀ ਪਿਓਰ ਪੰਜਾਬੀ 'ਚ ਹੋਊਗੀ। ਅੱਛਾ। ਮੈਂ ਇਹ ਚੀਜ਼ ਮੰਨਦਾ ਵੀ ਇੰਨੀ ਪਰਫੈਕਸ਼ਨ ਬਹੁਤ ਜ਼ਿਆਦਾ ਘੱਟ ਹੈ ਪੰਜਾਬੀ ਲੈਂਗੁਏਜ ਦੇ ਅੰਦਰ, ਵੀ ਬਿੰਦੀ ਅੱਧਕ ਤੇ ਟਿੱਪੀ ਦਾ ਖਿਆਲ ਰੱਖਿਆ ਜਾਵੇ ਵੀ ਕਿੱਥੇ ਕੀ ਹੈ। ਮੈਂ ਜਿੱਥੇ ਫਸਦਾ ਹੁੰਦਾ ਮੈਂ ਆਪਣੇ ਫਾਦਰ ਸਾਹਿਬ ਨੂੰ ਫੋਨ ਕਰ ਲੈਂਦਾ ਵੀ ਅੱਛਾ ਜੀ ਇਹ ਜਜ਼ਬਾਤ ਹੁੰਦਾ ਕਿ ਜਜ਼ਬਾਤ ਹੁੰਦਾ, ਫਿਰ ਉਹਨਾਂ ਨੇ ਦੱਸਣਾ ਵੀ ਇਹ ਜੱਜੇ ਦੇ ਪੈਰ 'ਚ ਬਿੰਦੀ ਆਉਂਦੀ ਹੈ। ਤੇ ਈਵਨ ਜਿਹੜੇ ਹੋਰ ਵੀ ਬੰਦੇ ਨੇ ਕਈ ਵਾਰ ਸ਼ਰਤਾਂ ਲਾ ਲੈਂਦੇ ਆ
ਅੱਛਾ ਸ਼ਰਤਾਂ ਲਾ ਕੇ ਫਿਰ ਫੋਨ ਕਰਨਗੇ, ਬਾਈ ਜੀ ਤੁਸੀਂ ਦੱਸੋ ਵੀ ਇਹ ਅੱਖਰ ਸਹੀ ਹੈ, ਬਿੰਦੀ ਲਾ ਦਈਏ ਕਿ ਨਹੀਂ ਲਾਣੀ। ਇਦਾਂ ਦੇ ਵੀ ਬਹੁਤ ਚੀਜ਼ਾਂ ਹੋਈਆਂ। ਇੱਕ ਚੀਜ਼ ਮੈਨੂੰ ਹੋਰ ਦੱਸੋ, ਤੁਹਾਡੇ ਪਰਿਵਾਰ ਦੇ ਵਿੱਚ ਸਰਪੰਚੀ ਸੀ ਤੇ ਕਿਉਂਕਿ ਅੱਜ ਦੀ ਯੂਥ ਨੂੰ ਤਾਂ ਇਹ ਹੁੰਦਾ ਕਿਉਂਕਿ ਸਿਆਸਤ ਦਾ ਨਸ਼ਾ ਵੀ ਬਹੁਤ ਮਾੜਾ ਹੁੰਦਾ ਹੈ ਨਾ, ਤੇ ਤੁਹਾਨੂੰ ਨਹੀਂ ਲੱਗਿਆ ਕਿ ਮੈਂ ਸਿਆਸਤ ਦੇ ਵਿੱਚ ਜਾਵਾਂ ਜਾਂ ਫਿਰ ਸਰਪੰਚ ਜਾਂ ਉਹ ਮੇਰੇ ਫਾਦਰ ਸਾਹਿਬ ਤੋਂ ਬਾਅਦ ਜਾਂ ਫਿਰ ਪਰਿਵਾਰ ਦੇ ਕਿਸੇ ਹੋਰ ਮੈਂਬਰ ਤੋਂ ਬਾਅਦ ਜਦੋਂ ਅਗਲੀ ਪੀੜ੍ਹੀ 'ਚ ਆਵੇ ਤਾਂ ਮੈਂ ਉਸ ਚੀਜ਼ ਦਾ ਹਿੱਸਾ ਬਣਾ? ਸਰਪੰਚੀ ਦੇ ਅੰਦਰ ਸੱਚੀ ਮੈਂ ਮੇਰਾ ਪੋਲਿਟਿਕਸ ਦੇ ਅੰਦਰ ਕੋਈ ਇੰਟਰਸਟ ਨਹੀਂ ਹੈਗਾ, ਕਿਉਂਕਿ ਫਾਦਰ ਸਾਹਿਬ ਨੇ 5 ਸਾਲ ਕੀਤੀ ਸਰਪੰਚੀ, ਬਟ ਮੇਰਾ ਇਹ ਮੰਨਣਾ ਵੀ ਉਹ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀਗੀ, ਕਿਉਂਕਿ ਇੱਕ ਆਰਟਿਸਟਿਕ ਬੰਦਾ ਆਲਰੇਡੀ ਬਹੁਤ ਬਿਜ਼ੀ ਹੁੰਦਾ ਤੇ ਉਹ ਦੋ ਚੀਜ਼ਾਂ ਉਨੀਆਂ ਹੀ ਬਿਜ਼ੀ ਮੈਨੇਜ ਨਹੀਂ ਕਰ ਸਕਦਾ। ਸੋ ਉਹ ਸਰਪੰਚੀ ਕਰਕੇ ਵੀ ਉਹਨਾਂ ਦੀ ਇੱਕ ਐਲਬਮ ਬਹੁਤ ਜ਼ਿਆਦਾ ਲੇਟ ਹੋ ਗਈ। ਉਹ ਟਾਈਮ ਗੈਪ ਪੈ ਜਾਂਦਾ, ਫਿਰ ਹੌਲੀ ਹੌਲੀ ਲੋਕ ਭੁੱਲਣਾ ਸ਼ੁਰੂ ਕਰ ਦਿੰਦੇ ਆ ਤੇ ਉਹ ਗੈਪ ਬਹੁਤ ਜ਼ਿਆਦਾ, ਮਤਲਬ ਮੇਰੇ ਹਿਸਾਬ ਨਾਲ ਉਹ ਗੈਪ ਬਹੁਤ ਗਲਤ ਸੀਗਾ। ਤੇ ਫਿਰ ਉਸ ਤੋਂ ਬਾਅਦ ਜਦੋਂ ਮੈਂ ਦੇਖਿਆ ਵੀ ਇਹ ਬਹੁਤ ਜ਼ਿਆਦਾ ਵੀ ਟੈਨਸ਼ਨ ਦਾ ਕੰਮ ਹੈ ਤੇ ਨਹੀਂ ਕਰਨਾ ਚਾਹੀਦਾ। ਤੁਸੀਂ ਦੋ ਚੀਜ਼ਾਂ, ਇੱਕੇ ਬੰਦਾ ਇੱਕੇ ਵੇੜੀ 'ਚ ਜਾਵੇ ਤੇ ਇੱਕੇ ਬੰਦਾ ਦੋ ਵੇੜੀਆਂ 'ਚ ਨਹੀਂ ਜਾ ਸਕਦਾ, ਇੱਕੇ ਵੇੜੀ ਦੇ ਅੰਦਰ ਸਵਾਰ ਹੋਵੇ ਤਾਂ ਪਰ ਜਾ ਸਕਦਾ। 2011 'ਚ ਤੁਹਾਡਾ ਗੀਤ ਆਇਆ ਸੀਗਾ ਤੇ 2021 'ਚ ਅਸੀਂ ਬੈਠਿਆਂ ਤੇ 22 ਸਤੰਬਰ ਨੂੰ ਅਸੀਂ ਤੁਹਾਡਾ ਕਲੋਜ਼ਰ ਗੀਤ ਸੁਣਿਆ ਹੈ ਨਾ। 10 ਸਾਲ ਕਿਉਂ ਲੱਗ ਗਏ ਤੁਹਾਨੂੰ? ਉਹਦੇ ਵਿੱਚ ਦਾ ਸਮਾਂ ਕੀ ਸੀ? ਉਹਦੇ ਵਿੱਚ ਤੁਹਾਡੀ ਜ਼ਿੰਦਗੀ 'ਚ ਕੀ ਕੁਝ ਵਾਪਰਿਆ? 2011 ਦੇ ਅੰਦਰ ਕਾਲਜ ਦੇ ਅੰਦਰ ਸੀਗੇ, ਮੈਂ ਯੂਥ ਫੈਸਟੀਵਲ ਦੇ ਅੰਦਰ ਪਾਰਟਿਸਿਪੇਟ ਕਰਦਾ ਸੀਗਾ, ਜਨੂਨ ਸੀਗਾ ਗਾਉਣ ਦਾ। ਸੋ ਇੱਕ ਗੀਤ ਬਹੁਤ ਵਧੀਆ ਸਾਹਮਣੇ ਆਇਆ, ਮੈਂ ਕਿਹਾ ਵੀ ਨਹੀਂ ਇਹ ਕਰਨਾ ਚਾਹੀਦਾ। ਉਹ ਗੀਤ 'ਤੇ ਮਿਹਨਤ ਕੀਤੀ, ਫਾਦਰ ਸਾਹਿਬ ਨੂੰ ਵੀ ਪਸੰਦ ਆ ਗਿਆ। ਉਹ ਤੋਂ ਪਹਿਲਾਂ ਵੀ ਗੀਤ ਸੁਣਾਏ ਸੀਗੇ ਬਟ ਫਾਦਰ ਸਾਹਿਬ ਨੂੰ ਜਚੇ ਨਹੀਂ, ਬਟ ਇਹ ਗੀਤ ਇਹੋ ਜਿਹਾ ਜੱਜ ਗਿਆ ਸੀਗਾ ਵੀ ਇਹ ਕਰਨਾ ਹੀ ਕਰਨਾ। ਸੋ ਉਹ ਗੀਤ ਫਾਦਰ ਸਾਹਿਬ ਨਾਲ ਬਣਾਇਆ, ਵਧੀਆ ਕਬੂਲ ਹੋਇਆ। ਫਿਰ ਮੈਂ ਕਿਹਾ ਫਾਦਰ ਸਾਹਿਬ ਵੀ ਅਗਲਾ ਗਾਣਾ ਕਰੀਏ। ਉਹ ਕਹਿੰਦੇ ਸੈਕੰਡ ਈਅਰ ਆ ਤੇਰਾ, 2 ਸਾਲ ਹੋਰ ਪੜ੍ਹ ਲਾ, ਵੀ ਜੇ ਤੂੰ ਗਾਣੇ ਕਰਨੇ ਆ ਤਾਂ ਆਪਣੀ ਕਮਾਈ ਕਰ ਤੇ ਗਾਣੇ ਤੇ ਲਾ। ਅੱਛਾ, ਮੈਂ ਕਿਹਾ ਇਹ ਤਾਂ ਔਖਾ ਜਿਹਾ ਹੋ ਗਿਆ ਕੰਮ। ਸੋ ਫਿਰ ਉਸ ਤੋਂ ਬਾਅਦ ਡਿਗਰੀ ਕੰਪਲੀਟ ਹੋਈ। ਡਿਗਰੀ ਕੰਪਲੀਟ ਹੋਣ ਤੋਂ ਬਾਅਦ ਮੈਂ ਜੌਬ ਦੇ ਅੰਦਰ ਪੈ ਗਿਆ। ਫਿਰ ਜੌਬ ਕੰਟੀਨਿਊ ਕਰਨੀ ਸ਼ੁਰੂ ਕਰਤੀ ਤੇ ਨਾਲ ਮਿਊਜ਼ਿਕ ਦਾ ਥੋੜ੍ਹਾ ਬਹੁਤਾ ਚੰਗਾ ਵੀ ਸਮਾਂ ਸੀਗਾ, ਮਾੜਾ ਵੀ ਸਮਾਂ ਸੀਗਾ। ਉਹਦੇ ਅੰਦਰ ਕੁਛ ਇਹੋ ਜਿਹੇ ਬੰਦਿਆਂ ਨਾਲ ਮੈਂ ਜੁੜਿਆ ਜਿਨ੍ਹਾਂ ਨਾਲ ਮੈਨੂੰ ਨਹੀਂ ਜੁੜਨਾ ਚਾਹੀਦਾ ਸੀਗਾ, ਕਿਉਂਕਿ ਮੇਰਾ ਤੇ ਉਹਨਾਂ ਦੀ ਸੋਚ ਦਾ ਸਟੈਂਡਰਡ ਬਹੁਤ ਵੱਖਰਾ। ਮੈਂ ਗਿਰੀ ਹੋਈ ਸੋਚ ਦਾ ਮਾਲਕ ਨਹੀਂ ਹੈਗਾ। ਮੈਂ ਹਮੇਸ਼ਾ ਹਰ ਇੱਕ ਬੰਦੇ ਨੂੰ ਇੱਕੋ ਲੈਵਲ ਤੇ ਦੇਖਦਾ। ਤੁਸੀਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ। ਇੱਕ ਕਹਾਵਤ ਵੀ ਹੈ ਇਸ ਦੇ ਲਈ, ਡੋਂਟ ਜੱਜ ਅ ਬੁੱਕ ਬਾਈ ਇਟਸ ਕਵਰ। ਡੋਂਟ ਜੱਜ ਅ ਬੁੱਕ ਬਾਈ ਇਟਸ ਕਵਰ। ਸੋ ਉਹਨਾਂ ਤੋਂ ਨਿਕਲਦੇ ਜੌਬ ਵੀ ਕਰਦਾ ਸੀਗਾ, ਨਾਲ ਮਿਊਜ਼ਿਕ ਦਾ ਕਰਨਾ ਸਿੱਖਣਾ। ਮੈਂ ਕਰਦਾ ਸੀ ਜੌਬ, ਅਸੀਂ 8 ਵਜੇ ਪਹੁੰਚ ਜਾਣਾ, ਪਿੰਡੋਂ ਆਉਣਾ ਬੱਸ ਤੇ 8 ਵਜੇ ਜੌਬ ਤੇ ਪਹੁੰਚ ਜਾਣਾ ਤੇ 4 ਵਜੇ ਛੁੱਟੀ ਹੋਇਆ ਕਰਨੀ। ਉਹ ਤੋਂ ਬਾਅਦ ਜਿੰਨਾ ਕੁ ਵੀ ਸਮਾਂ ਲੱਗਿਆ ਕਰਨਾ, ਸਟੂਡੀਓ 'ਚ ਬੈਠਣਾ ਜਾਂ ਛੁੱਟੀਆਂ ਲੈ ਕੇ ਸਟੂਡੀਓ ਬੈਠਣਾ। ਤੁਹਾਨੂੰ ਮੋਟਰਸਾਈਕਲ, ਕਾਰ ਨਹੀਂ ਸੀ ਮਿਲਿਆ ਹੋਇਆ ਘਰੋਂ? ਫਾਦਰ ਸਾਹਿਬ ਮੋਟਰਸਾਈਕਲ ਤੇ ਟਰਸਟ ਨਹੀਂ ਕਰਦੇ ਸੀਗੇ। ਅੱਛਾ। ਤੇ ਗੱਡੀ ਮੈਂ ਬਹੁਤ ਤੇਜ਼ ਚਲਾਉਂਦਾ ਸੀਗਾ, ਇਸ ਕਰਕੇ ਮੇਰੇ ਤੋਂ ਖੋਲੀ ਸੀਗੀ। ਤੇ ਉਹ ਬਹੁਤ ਵਧੀਆ ਡਿਸੀਜਨ ਸੀਗਾ। ਮੈਂ ਕਹਿੰਦਾ ਵੀ ਹਰੇਕ ਪੇਰੈਂਟ ਨੂੰ ਹੀ ਇੱਦਾਂ ਕਰਨਾ ਚਾਹੀਦਾ, ਕਿਉਂਕਿ ਗੱਡੀ ਦੁਬਾਰਾ ਆ ਸਕਦੀ ਹੈ, ਪੁੱਤ ਦੁਬਾਰਾ ਨਹੀਂ ਆ ਸਕਦਾ। ਬਿਲਕੁਲ। ਤੇ ਮੈਂ ਬਹੁਤ ਜ਼ਿਆਦਾ ਗਲਤ ਚਲਾਉਂਦਾ ਸੀਗਾ। ਅੱਜ ਮੈਂ ਕਹਿਣਾ ਇਹ ਚੀਜ਼ ਮੈਂ ਇਹਨੂੰ ਕਬੂਲਦਾ। ਉਹਨਾਂ ਨੇ ਇੱਕ ਚੀਜ਼ ਕਹੀ ਸੀ ਮੈਨੂੰ ਜਦੋਂ ਕਾਰ ਵੱਜੀ, ਤੂੰ ਹੈਗਾ ਹੀ ਬੱਸਾਂ ਜੋਗਾ। ਸੋ ਸਾਲ 2 ਸਾਲ ਬੱਸਾਂ ਤੇ ਸਫ਼ਰ ਕੀਤਾ।
ਬਾਕੀ ਇਹਦੇ ਅੰਦਰ ਇਹ ਵੀ ਟਰਾਂਸਪੋਰਟ ਵੀ ਸਾਡੀ ਸੀਗੀ ਹਾਂ ਤੇ ਫ੍ਰੀ ਹੁੰਦੇ ਸੀਗੇ ਤੇ ਕੰਮ ਤੇ ਆਇਆ ਕਰਨਾ, ਕੰਮ ਤੋਂ ਮੇਰੇ ਵਾਪਸ। ਪੁੱਛਣ ਦਾ ਕਾਰਨ ਇਹ ਸੀਗਾ ਕਿ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਕਿ ਬੁੱਗੇ ਦਾ ਮੁੰਡਾ, ਪੈਸੇ ਨੇ, ਮਤਲਬ ਇਹਨਾਂ ਨੇ ਤਾਂ ਸ਼ਾਇਦ ਕੋਈ ਸਟਰਗਲ ਨਹੀਂ ਕੀਤੀ ਹੋਣੀ, ਕਿਉਂਕਿ ਇੱਕ ਸਮੇਂ ਤੇ ਤੁਹਾਡੇ ਫਾਦਰ ਬਹੁਤ ਰਿਨਾਊਂਡ ਸਿੰਗਰ ਨੇ, ਪਰ ਉਸੇ ਸਮੇਂ ਦੌਰਾਨ ਤੁਸੀਂ ਉਹਨਾਂ ਦੀ ਸ਼ੌਹਰਤ ਵੀ ਦੇਖਦੇ ਹੋ, ਪਰ ਉਸੇ ਸਮੇਂ ਦੌਰਾਨ ਖੁਦ ਕਮਾਉਣ ਲਈ ਘਰੋਂ ਨਿਕਲਣਾ ਇਹ ਆਪਣੇ ਆਪ 'ਚ ਵੱਡੀ ਗੱਲ ਹੁੰਦੀ ਹੈ। ਜਾਂ ਸ਼ਾਇਦ ਉਹਨਾਂ ਦੀ ਇਹ ਪਰਵਰਿਸ਼ ਇੱਦਾਂ ਦੀ ਸੀਗੀ ਕਿ ਤੁਹਾਨੂੰ ਸੋਚ ਇੱਦਾਂ ਦੀ ਮਿਲੀ ਕਿ ਜੋ ਕਮਾ ਰਹੇ ਨੇ ਉਹ ਉਹਨਾਂ ਦਾ ਆ, ਮੇਰੇ ਲਈ ਕਰਨਾ ਵੀ ਬਹੁਤ ਜ਼ਰੂਰੀ ਆ। ਨਹੀਂ ਜੀ, ਜਿਹੜੇ ਸਾਡੇ ਬਹੁਤ ਨਜ਼ਦੀਕੀ ਹੈ ਅੱਛਾ, ਉਹ ਇਸ ਇਤਿਹਾਸ ਬਾਰੇ ਜਾਣਦੇ ਆ। ਸੋ ਮੈਂ ਕਹਿੰਦੇ ਵੀ ਆਪਣਾ ਪੱਲਾ ਚੱਕੇ ਤੇ ਆਪਣਾ ਢਿੱਡ ਨੰਗਾ ਹੁੰਦਾ। ਫਾਦਰ ਸਾਹਿਬ ਮੇਰੇ ਬਹੁਤ ਸਿੱਧੇ ਨੇ, ਬਹੁਤ ਜ਼ਿਆਦਾ ਛੇਤੀ ਟਰਸਟ ਕਰਦੇ ਨੇ, ਇਮੋਸ਼ਨਲ ਬਹੁਤ ਜ਼ਿਆਦਾ, ਪਰਿਵਾਰਕ ਕੁਝ ਚੀਜ਼ਾਂ ਇਹੋ ਜਿਹੀਆਂ ਸੀਗੀਆਂ ਵੀ ਜਿਹੜੀਆਂ ਉਹਨਾਂ ਨੂੰ ਮਤਲਬ ਪਿੱਛੇ ਖਿੱਚ ਲਈ ਗਿਆ। ਕਿਉਂਕਿ ਜੇ ਕਹੋ ਤੁਸੀਂ ਪੈਸਾ ਬਹੁਤ ਜ਼ਿਆਦਾ ਕਮਾਇਆ ਸੀਗਾ, ਬਟ ਟਰਸਟ ਮਾਰ ਜਾਂਦਾ ਕਿਤੇ ਨਾ ਕਿਤੇ ਲੈ ਕੇ। ਮੇਰੇ ਨਾਲ ਵਧੀਆ ਉਹੀ ਐਕਸਪਲੇਨ ਕਰ ਸਕਦੇ ਆ, ਕਿਉਂਕਿ ਉਹਨਾਂ ਦੀ ਕਮਾਈ ਸੀਗੀ। ਤੇ ਉਸ ਤੋਂ ਵੱਡੀ ਚੀਜ਼ ਆ ਉਹ ਵੀ ਬਹੁਤ ਵੱਡੇ ਖੁਦਦਾਰ ਨੇ ਉਹ। ਤੇ ਇੱਕ ਬੰਦਾ ਜਿਹੜਾ ਖੁਦਦਾਰ ਹੁੰਦਾ, ਮੇਰੇ ਹਿਸਾਬ ਨਾਲ ਉਹਨੂੰ ਜੱਜ ਨਹੀਂ ਕੀਤਾ ਜਾ ਸਕਦਾ। ਮੇਰੇ ਕੋਲ ਮੇਰੇ ਫਾਦਰ ਦੀ ਕਮਾਈ ਜਿਹੜੀ ਚੀਜ਼ ਆ ਉਹ ਉਹਨਾਂ ਦੀ ਇੱਜ਼ਤ ਆ, ਉਹ ਉਹਨਾਂ ਦੇ ਅਸੂਲ ਨੇ। ਪੈਸਾ ਬਹੁਤ ਵੱਡੀ ਚੀਜ਼ ਨਹੀਂ ਸੀਗਾ। ਇੱਕ ਮੇਰੇ ਫਾਦਰ ਸਾਹਿਬ ਨੇ ਮੈਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਮੇਰੇ ਫਾਦਰ ਸਾਹਿਬ ਨੇ ਪੈਸੇ ਦੇਣੇ ਕਿਸੇ ਦੇ ਜੀ, ਜਾਂ ਉਹਨਾਂ ਨੇ ਕੋਈ ਕਲੰਕ ਲਗਾਇਆ ਆਪਣੇ ਤੇ। ਉਸ ਪੱਖੋਂ ਐਡੀ ਮਤਲਬ ਬੋਲਡ ਫੀਲਡ ਦੇ ਅੰਦਰ ਰਹਿ ਕੇ ਆਪਣੇ ਆਪ ਨੂੰ, ਆਪਣੀ ਇਮੇਜ ਸਾਫ਼ ਰੱਖਣਾ, ਇਹੀ ਪ੍ਰਾਪਤੀ ਹੈ। ਤੇ ਮੈਂ ਇਸੇ ਚੀਜ਼ ਨੂੰ ਹੀ ਕਹਿਣਾ ਵੀ ਇਹ ਮੇਰੇ ਲਈ ਸਾਰਾ ਕੁਝ ਹੈ। ਤੇ ਮੈਂ ਉਹੀ ਚੀਜ਼ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਵੀ ਉਹਨਾਂ ਦਾ ਕਿਰਦਾਰ ਹੈ ਜਿਹੜਾ ਉਸੇ ਨੂੰ ਉੱਪਰ ਲੈ ਕੇ ਜਾਵਾਂ। ਬਿਲਕੁਲ। ਕਲੋਜ਼ਰ ਗੀਤ ਜਦੋਂ ਤੁਸੀਂ ਕੀਤਾ, ਤੁਸੀਂ ਇਸ ਟਾਈਮ ਕੈਨੇਡਾ ਦੇ ਵਿੱਚੋਂ, ਬਟ ਤੁਸੀਂ ਪੰਜਾਬ ਆ ਕੇ ਇਹ ਗੀਤ ਕੀਤਾ ਹੈ ਨਾ। ਪਰ ਜੇ ਮੈਂ ਗੱਲ ਕਰਾਂ ਤਾਂ ਬਹੁਤ ਪਹਿਲਾਂ ਤੋਂ ਵੀ ਹਰਭਜਨ ਮਾਨ ਹੋਰਾਂ ਨੇ ਜਦੋਂ ਗਾਇਕੀ ਦੀ ਸ਼ੁਰੂਆਤ ਕਰਨੀ ਸੀ ਤਾਂ ਉਹਨਾਂ ਨੂੰ ਵਾਪਸ ਪੰਜਾਬ ਆਉਣਾ ਪਿਆ ਹੈ ਨਾ। ਤਾਂ ਕੀ ਲੱਗਦਾ, ਤੁਹਾਡਾ ਕੀ ਤਜਰਬਾ ਜਾਂ ਫਿਰ ਤੁਹਾਡਾ ਕੀ ਥਾਟ ਹੈ ਕਿ ਜਦੋਂ ਤੁਸੀਂ ਪੰਜਾਬੀ ਗਾਇਕੀ ਦੀ ਸ਼ੁਰੂਆਤ ਕਰਨੀ ਹੁੰਦੀ ਹੈ, ਕੈਨੇਡਾ ਦੇ ਨਾਲੋਂ ਪੰਜਾਬ 'ਚ ਸੌਖਾ ਜਾਂ ਫਿਰ ਇੱਧਰ ਤੁਹਾਨੂੰ ਹੋਰ ਤਰ੍ਹਾਂ ਦਾ ਰਿਸਪੌਂਸ ਮਿਲਦਾ ਆ? ਇਹਨੂੰ ਜੇ ਤੁਸੀਂ ਈਜ਼ੀ ਵਰਡ 'ਚ ਐਕਸਪਲੇਨ ਕਰੋ ਵੀ ਉੱਧਰ ਤੁਹਾਨੂੰ ਪੈਸੇ ਖੁਦ ਆਪ ਲਾਉਣੇ ਪੈਂਦੇ ਆ ਤੇ ਬਹੁਤ ਮਿਹਨਤ ਕਰਨੀ ਪੈਂਦੀ ਆ। ਤੁਹਾਨੂੰ ਕਿਸੇ ਬਹੁਤ ਸਟਰੋਂਗ ਬੰਦੇ ਦੀ ਨੀਡ ਹੁੰਦੀ ਹੈ, ਇੱਕ ਟੀਮ ਦੀ ਨੀਡ ਹੁੰਦੀ ਹੈ, ਇੱਕ ਮਿਊਜ਼ਿਕ ਡਾਇਰੈਕਟਰ ਚਾਹੀਦਾ, ਤੁਹਾਨੂੰ ਪ੍ਰੋਡਿਊਸਰ ਚਾਹੀਦਾ। ਤੇ ਮੇਰੇ ਹਿਸਾਬ ਨਾਲ ਉੱਥੇ ਬਾਹਰ ਮਿਊਜ਼ਿਕ ਡਾਇਰੈਕਟਰ ਹੈ ਜਿਹੜੇ ਉਹ ਬਹੁਤ ਤਾਕਤ ਦੇ ਅੰਦਰ ਨਹੀਂ ਹੈਗੇ, ਜਾਂ ਉਹ ਉਨੇ ਐਕਸਪੀਰੀਅੰਸਡ ਨਹੀਂ ਹੈਗੇ ਜਿੰਨਾ ਮਿਊਜ਼ੀਸ਼ੀਅਨ ਇੱਧਰ ਜਾਂ ਮਿਊਜ਼ਿਕ ਡਾਇਰੈਕਟਰ ਇੱਧਰ ਵਧੀਆ ਨੇ। ਬਟ ਮੇਰਾ ਜਦੋਂ ਮੈਂ 2018 ਦੇ ਅੰਦਰ ਕੈਨੇਡਾ ਮੂਵ ਹੋਇਆ, ਪਹਿਲਾਂ ਤਾਂ ਮੈਂ 12 13 ਘੰਟੇ ਉੱਥੇ ਕੰਮ ਕਰਨਾ, ਸ਼ਿਫਟਾਂ ਲਾਉਣੀਆਂ ਆਪਣੀਆਂ। ਮੈਂ ਵਨ ਸਟਾਪ ਕਿਚਨ ਉੱਥੇ ਇੱਕ ਉਹਨਾਂ ਦੇ ਅੰਡਰ ਕੰਮ ਕੀਤਾ, ਬਹੁਤ ਵਧੀਆ, ਮੈਨੂੰ ਬਹੁਤ ਜ਼ਿਆਦਾ ਉੱਥੇ ਇੱਜ਼ਤ ਮਿਲੀ ਫਾਦਰ ਸਾਹਿਬ ਕਰਕੇ। ਤੇ ਬਟ ਕੰਮ ਫਿਰ ਵੀ ਮੈਂ ਚਾਹੁੰਦਾ ਸੀਗਾ ਵੀ ਮੈਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਉਲਾਮਾ ਮੇਰੇ ਫਾਦਰ ਸਾਹਿਬ ਨੂੰ ਨਾ ਦਿੱਤਾ ਜਾਵੇ, ਤੇ ਮੈਂ ਉਨਾ ਹੀ ਕੰਮ ਕਰਨਾ ਜਿੰਨੇ ਮੇਰੇ ਕਲੀਗਸ ਕਰਦੇ ਸੀਗੇ। ਕਿਉਂਕਿ ਮੈਂ ਜੇ ਕਿਹਾ ਜਾਵੇ ਵੀ ਮੈਂ ਇੱਥੇ ਕੰਮ ਕੀਤਾ ਇੰਡੀਆ ਤਾਂ ਨਹੀਂ, ਇੰਡੀਆ ਬਹੁਤ ਈਜ਼ੀ ਲਾਈਫ ਸੀਗੀ ਤੇ ਉੱਥੇ ਜਾ ਕੇ ਡਰੈਸਟਿਕ ਚੇਂਜ ਹੋ ਗਿਆ ਵੀ ਤੁਸੀਂ ਕਿੱਥੇ ਸਾਰੀ ਦਿਹਾੜੀ ਫ੍ਰੀ ਰਹਿਣਾ ਤੇ ਇੱਥੇ 8 ਘੰਟੇ ਜੌਬ ਕਰਦੇ ਸੀਗੇ ਤੇ ਬਟ ਘਰੇ ਆ ਕੇ ਫ੍ਰੀ ਹੁੰਦੇ ਸੀਗੇ। ਇੱਕ ਟਾਈਮ ਜਾ ਕੇ ਪਲਟਾ ਵੱਜ ਜਾਣਾ ਤੁਹਾਡਾ ਵੀ ਤੁਸੀਂ 16 ਘੰਟੇ ਜਾਣਾ ਆ ਤੇ ਕਿਸੇ ਦਿਨ 10 ਘੰਟੇ, ਬਸ ਸੈਟਰਡੇ ਸੰਡੇ ਵੀ ਟਾਈਮ ਕਦੇ ਕਦੇ ਹੀ ਹੁੰਦਾ ਸੀਗਾ। ਬਹੁਤ ਮਿਹਨਤ ਕੀਤੀ, ਪਰ ਉੱਥੇ ਮੈਂ ਗਾਉਣਾ ਭੁੱਲ ਚੁੱਕਿਆ ਸੀਗਾ। ਇਸ ਸਮੇਂ ਦੇ ਅੰਦਰ ਮੈਂ ਗਾਉਣਾ ਭੁੱਲ ਚੁੱਕਿਆ ਸੀਗਾ। 2 ਸਾਲ ਬਹੁਤ ਮਿਹਨਤ ਕੀਤੀ PR ਲਈ। ਫਿਰ ਉਸ ਤੋਂ ਬਾਅਦ ਇੱਕ ਉੱਥੇ ਗਰੁੱਪ ਹੈ ਯਾਰੀ ਯਾਰਾਂ ਨਾਲ,
ਉਹਨਾਂ ਦੇ ਕੰਟੈਕਟ 'ਚ ਆਇਆ ਮੈਂ ਸਮਹਾਉ, ਦੈਟ ਵਾਸ ਅ ਲੱਕੀ ਡੇ। ਉਹਨਾਂ ਨੂੰ ਪਤਾ ਲੱਗਿਆ ਮੈਂ ਸਤਵਿੰਦਰ ਬੁੱਗੇ ਦਾ ਮੁੰਡਾ। ਉਹਦੇ ਅੰਦਰ ਜੈਜ਼ ਬਾਈ, ਦਿਲਬੀ, ਪਿੰਦਰ ਭਾਜੀ, ਕਸ਼ਮੀਰਾ ਅੰਕਲ ਤੇ ਹੈਪੀ ਭਾਜੀ, ਬਹੁਤ ਉਹਨਾਂ ਨੇ ਮੈਨੂੰ ਮੋਟੀਵੇਟ ਕਰਨਾ ਵੀ ਯਾਰ ਤੂੰ ਆਰਟਿਸਟ ਦਾ ਮੁੰਡਾ ਹੈ, ਤੂੰ ਗਾ। ਫਿਰ ਉਹਨਾਂ ਨਾਲ ਮਹਿਫਲਾਂ 'ਚ ਬੈਠਣ ਲੱਗੇ ਅਸੀਂ, ਤੇ ਉਹਨਾਂ ਨੇ ਕਿਹਾ ਕਰਨਾ ਵੀ ਹਾਂ ਯਾਰ ਤੂੰ ਗਾਇਆ ਕਰ, ਤੂੰ ਮਾੜਾ ਮੋਟਾ, ਵੀ ਤੂੰ ਐਡੇ ਵੱਡੀ ਸ਼ਖਸੀਅਤ ਦਾ ਮੁੰਡਾ। ਕਿਉਂਕਿ ਮੈਂ ਆਪਣੀ ਲਾਈਫ ਦੇ ਅੰਦਰ ਮੈਂ ਇਹ ਚੀਜ਼ ਸੋਚ ਗਿਆ ਸੀਗਾ ਵੀ ਮੈਂ ਨਹੀਂ, ਹੁਣ ਨਹੀਂ, ਮੈਂ ਆਪਣੀ ਕੈਨੇਡਾ ਦੇ ਅੰਦਰ ਲਾਈਫ ਸੈੱਟ ਕਰਨੀ ਹੈ ਤੇ ਮੈਂ ਇੱਥੇ ਹੀ ਰਹਿਣਾ ਤੇ ਮੈਂ ਆਪਣੇ ਆਪ ਨੂੰ ਅੱਗੇ ਲੈ ਕੇ ਜਾਊਂਗਾ। ਸੋ ਉਹਨਾਂ ਨੇ ਇੱਕ ਮਰੀ ਹੋਈ ਅੱਗ ਜੀ ਜਿਹੜੀ ਮੇਰੀ ਸੀਗੀ, ਉਹਨਾਂ ਨੇ ਦੁਬਾਰਾ ਉਹ ਲਾਈਟ ਕੀਤੀ ਤੇ ਉਹਨਾਂ ਨੇ ਕਿਹਾ ਤੇਰਾ ਗੀਤ ਕਰਦੇ ਆ। ਫਿਰ 2019 ਦੇ ਅੰਦਰ ਉਹਨਾਂ ਨੇ ਇੱਕ ਗੀਤ ਕੀਤਾ ਸੀ ਮਹਿਫਲਾਂ, ਜੈਜ਼ ਬਾਈ ਦੇ ਨੇ ਹੈਲਪ ਨਾਲ ਉਹ ਗੀਤ ਆਇਆ, ਰਿਹਾਨ ਰੈਕਡ 'ਚ ਆਇਆ ਸੀਗਾ ਤੇ ਉਹਨਾਂ ਨੇ ਉਹ ਗੀਤ ਡੱਬ ਕਰਾਇਆ, ਮਿਊਜ਼ਿਕ ਕੀਤਾ ਤੇ ਸਮਹਾਉ ਠੀਕ ਜਿਹਾ ਰਿਸਪੌਂਸ ਸੀਗਾ ਉਸਦਾ। ਤੇ ਫਿਰ ਕਰੋਨਾ ਆ ਗਿਆ। ਕਰੋਨਾ ਕਰਕੇ ਫਿਰ ਮੈਨੂੰ ਐ ਸੀਗਾ ਵੀ ਕੈਨੇਡਾ ਕੀ ਕਰਨਾ ਹਜੇ, ਵੀ ਥੋੜਾ ਸਮਾਂ ਵੀ ਹੁਣੇ PR ਹੋਇਆ ਤੇ ਥੋੜਾ ਟਾਈਮ ਚਿੱਲ ਕਰਿਆ ਵਾ ਤੇ ਮੈਂ ਇੰਡੀਆ ਆ ਜਾਵਾਂ। ਤੇ ਇੰਡੀਆ ਆਇਆ, ਬੰਟੀ ਵੀਰੇ ਤੋਂ ਕਾਲ ਆਈ ਇੱਕ ਵੀ ਮੈਨੂੰ ਮਿਲੀ। ਮੈਂ ਕਿਹਾ ਜੀ ਓਕੇ। ਮੈਂ ਆਇਆ ਰਾਤ ਨੂੰ, ਆਪਾਂ ਕੁਛ ਡੱਬ ਕਰਦੇ ਹਾਂ। ਮੈਂ ਬੰਟੀ ਵੀਰ ਨਾਲ ਆਫਿਸ ਮਿਲਿਆ, ਆ ਜਾ ਕੁਛ ਡੱਬ ਕਰਦੇ ਹਾਂ। ਥੱਲੇ ਗਏ, 2 ਗੀਤ ਡੱਬ ਕੀਤੇ, ਤੀਜਾ ਗੀਤ ਕਲੋਜ਼ਰ ਸੀਗਾ, ਉਹ ਵੀ ਸਮਹਾਉ ਕਿਉਂ ਚੇਤ ਸਿੰਘ। ਮੈਂ ਇਹ ਕਹੂੰਗਾ ਵੀ ਮੈਂ ਹੁਣ ਤੱਕ ਬਹੁਤ ਮਿਊਜ਼ਿਕ ਡਾਇਰੈਕਟਰਾਂ ਨਾਲ ਕੰਮ ਕੀਤਾ, ਉਹਨਾਂ ਨਾਲ ਉੱਠੇ ਬੈਠੇ ਆ ਜਾਂ ਉਹਨਾਂ ਨੂੰ ਕੰਮ ਕਰਦੇ ਦੇਖਿਆ, ਪਰ ਚੇਤ ਸਿੰਘ ਵਰਗਾ ਮਿਊਜ਼ਿਕ ਕਰਨਾ ਔਖਾ, ਕਿਉਂਕਿ ਜਿੰਨੀ ਨੌਲੇਜ ਇਸ ਏਜ 'ਚ ਉਹਨੂੰ ਆ ਬਹੁਤ ਬਾਕਮਾਲ ਆ ਜੀ। ਉਹ ਮੈਂ ਉਹਨੂੰ ਕਿਹਾ ਵੀ ਤੂੰ ਕੁਛ ਪਲੇ ਕਰ, ਵੀ ਮੈਂ ਕੁਛ ਗਾਉਣਾ ਚਾਹੁੰਦਾ। ਇੱਕ ਸੈਡ ਸੌਂਗ ਫਾਦਰ ਸਾਹਿਬ ਦਾ ਹੀ ਮੈਂ ਉੱਥੇ ਸੁਣਾਇਆ ਚੇਤ ਨੂੰ, ਤੇ ਵੀਰਾ ਕਹਿੰਦਾ ਮਨਿੰਦਰ ਇੱਕ ਗੀਤ ਹੈ ਮੇਰੇ ਕੋਲ। ਮੈਂ ਕਿਹਾ ਹਾਂਜੀ ਸੈਡ ਸੌਂਗ ਆ, ਉਹ ਕਰਦੇ ਆ। ਵੀਰੇ ਨੇ ਦੱਸਣਾ ਸ਼ੁਰੂ ਕੀਤਾ। ਮੈਂ ਗਾਉਣਾ ਇੰਨਾ ਮੁਸ਼ਕਿਲ ਨਹੀਂ ਸਮਝਦਾ, ਪਰ ਵੀਰੇ ਨੇ ਮੇਰੇ ਤੋਂ ਇਸ ਹਿਸਾਬ ਨਾਲ ਗਵਾਇਆ ਵੀ ਮੇਰੇ ਵੀ ਪਸੀਨੇ ਨਿਕਲ ਗਏ ਇੱਕ ਵਾਰ ਤਾਂ। ਤੇ ਗੀਤ ਗਵਾਇਆ, ਵੀਰਾ ਕਹਿੰਦਾ ਡਨ ਹੈ, ਬਹੁਤ ਵਧੀਆ ਗੀਤ ਹੈ। ਹਫਤੇ ਦੇ ਅੰਦਰ ਵੀਰੇ ਨੇ ਮੈਨੂੰ ਕਿਹਾ ਵੀ ਆਪਾਂ ਹੈਲੋ ਅਮਰਿੰਦਰ ਇਹ ਗੀਤ ਕਰਨਾ, ਆਪਾਂ ਕੋਲਕਾਤਾ ਜਾਣਾ, ਵੀ ਰੈਡੀ। ਹਾਂ ਬੜੀ ਛੇਤੀ ਗੀਤ ਜਾ ਰਿਹਾ। ਸੋ ਆਲ ਓਵਰ ਇਹ ਗੀਤ ਦੀ ਇੱਕ ਹੋਰ ਹਿਸਟਰੀ ਆ ਬਾਈ ਨੇ ਮੈਨੂੰ ਦੱਸੀ, ਜਿਹੜੀ ਵੀ ਇਹ ਗੀਤ ਬਾਈ ਨੇ ਜਿਹੜਾ ਲਿਖਿਆ ਸੀਗਾ ਇਹ ਮਨਮੋਹਨ ਵਾਰਿਸ ਜੀ ਲਈ ਲਿਖਿਆ ਸੀਗਾ। ਹਾਂਜੀ। ਸੋ ਸਮਹਾਉ ਉਹਨਾਂ ਨਾਲ ਬਣ ਨਹੀਂ ਪਾਇਆ। ਫਿਰ ਇਹ ਗੀਤ ਨਿਮਰਤ ਖਹਿਰਾ ਜੀ ਕੋਲ ਸੀਗਾ, ਫਿਰ ਉਸ ਤੋਂ ਬਾਅਦ ਸੱਜਣ ਅਦੀਪ ਜੀ ਕੋਲ ਸੀਗਾ। ਸਮਹਾਉ ਉਹਨਾਂ ਨੂੰ ਨਹੀਂ ਵਧੀਆ ਲੱਗਿਆ, ਬਟ ਜਦੋਂ ਮੈਂ ਡੱਬ ਕੀਤਾ ਉਹਨਾਂ ਨੂੰ ਲੱਗਿਆ ਵੀ ਹੁਣ ਗੀਤ ਦੇ ਅੰਦਰ ਉਹ ਵਾਈਬ ਹੈਗੀ ਆ ਵੀ ਇਹਨੂੰ ਕੱਢਿਆ ਜਾ ਸਕਦਾ। ਫਿਰ ਅਸੀਂ ਇਹ ਗੀਤ ਮੈਨੂੰ ਲੱਗਦਾ ਮਹੀਨੇ 2 ਮਹੀਨੇ ਦੇ ਅੰਦਰ ਫਾਈਨਲ ਕਰਤਾ ਸੀਗਾ। ਤੇ ਵੀਰੇ ਕਹਿੰਦਾ ਮੇਰੇ ਦਿਲ ਦੇ ਬਹੁਤ ਕਲੋਜ਼ ਆ ਇਹ ਗੀਤ, ਇਸ ਕਰਕੇ ਤਾਂ ਨਾਮ ਕਲੋਜ਼ਰ ਰੱਖਦਾ। ਮੇਰਾ ਇਹਦਾ ਜਿਹੜਾ ਫੇਵਰੇਟ ਅੰਤਰਾ ਉਹ ਹੈ ਕਿ ਤੱਕੜੀਆਂ ਤੋਰ ਤੇਰੀ ਮੁੜੀ ਜਾਂਦੀ ਦੀ, ਹੈ ਨਾ। ਪਰ ਮੈਂ ਤੁਹਾਡੇ ਤੋਂ ਉਹ ਵਾਲਾ ਸੁਣਨਾ ਚਾਹੁੰਦੀ ਹਾਂ ਕਿ ਮੈਂ ਫੋਨ ਵਿੱਚ ਤੇਰੀਆਂ ਕਲਿੱਪਾਂ ਰੱਖੀਆਂ, ਕਰਾਈ ਨਾ ਡਿਲੀਟ ਕੇ ਦੇ ਹੂੰ ਰੱਖ ਲੈ। ਇਹ ਬਹੁਤ ਨਵੀਂ, ਮੈਨੂੰ ਜਿੰਨੇ ਹੁਣ ਵੀ ਰੀਲਸ ਦੇ ਉੱਤੇ ਆ ਰਿਹਾ ਤਾਂ ਸਾਰੇ ਲੋਕਾਂ ਨੇ ਸਪੈਸ਼ਲ ਇਹੀ ਕਮੈਂਟ ਕੀਤਾ ਹੈ, ਕਹਦੇ ਹੂੰ ਰੱਖ ਲੈ, ਕਹਿੰਦੇ ਆ ਯਾਰ ਬੜੀ ਵੱਖਰੀ ਚੀਜ਼ ਹੈ ਇਹ। ਸੋ ਉਹ ਸੀਗਾ ਮੈਂ ਫੋਨ ਵਿੱਚ ਤੇਰੀਆਂ ਕਲਿੱਪਾਂ ਰੱਖੀਆਂ, ਕਰਾਈ ਨਾ ਡਿਲੀਟ ਕਹਦੇ ਹੂੰ ਰੱਖ ਲੈ, ਹੋ ਤੇਰੀਆਂ ਨਿਸ਼ਾਨੀਆਂ ਨੂੰ ਮੈਂ ਰੱਖ ਲਾਂ, ਮੇਰੀਆਂ ਨਿਸ਼ਾਨੀਆਂ ਨੂੰ ਤੂੰ ਰੱਖ ਲੈ। ਬਹੁਤ ਸੋਹਣਾ, ਬਹੁਤ ਵਧੀਆ। ਇਸ ਤੋਂ ਬਾਅਦ ਅੱਗੇ ਕੀ ਹੋਰ ਸੋਚਿਆ ਹੋਇਆ ਕਿ
ਕਿਵੇਂ ਚੱਲਣਾ ਆ ਜਾਂ ਕਿਵੇਂ ਨਹੀਂ? ਮੇਰੇ ਬਹੁਤ ਦੇਰ ਇੰਡਸਟਰੀ ਦੇ ਅੰਦਰ ਧੱਕੇ ਖਾਣ ਤੋਂ ਬਾਅਦ ਜਿਵੇਂ ਇੱਕ ਰੇਗਿਸਤਾਨ ਦੇ ਅੰਦਰ ਕੋਈ ਪਾਣੀ ਪਿਲਾਉਣ ਵਾਲਾ ਮਿਲ ਜਾਂਦਾ, ਮੈਨੂੰ ਬੰਟੀ ਵੀਰਾ ਇੱਦਾਂ ਮਿਲਿਆ। ਸੋ ਹੁਣ ਜਿਵੇਂ ਉਹਨਾਂ ਦਾ ਹੁਕਮ ਹੋਊਗਾ, ਜਿਵੇਂ ਭਾਬੀ ਜੀ ਦਾ ਹੁਕਮ ਹੋਊਗਾ, ਬਸ ਉਸ ਹਿਸਾਬ ਨਾਲ ਚੱਲਣਾ। ਕਿਉਂਕਿ ਬਹੁਤ ਗਲਤੀਆਂ ਕੀਤੀਆਂ, ਬਹੁਤ ਗਲਤ ਡਿਸੀਜ਼ਨ ਲਏ ਆ, ਬਹੁਤ ਮਾੜੇ ਬੰਦਿਆਂ ਦੇ ਅੰਦਰ ਫਸੀਆਂ, ਤੇ ਇਹੀ ਚੀਜ਼ ਸਿੱਖੀ ਹੈ ਵੀ ਜੋ ਤੁਹਾਡਾ ਕਰਦਾ ਉਹਦਾ ਹੀ ਕਰਨਾ ਚਾਹੀਦਾ, ਤੇ ਮਾੜੇ ਬੰਦਿਆਂ ਤੋਂ ਬਚ ਕੇ। ਸੋ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਸ਼ੁਕਰੀਆ ਸਾਨੂੰ ਇਹਨਾਂ ਸਮਾਂ ਦੇਣ ਦੇ ਲਈ, ਅਤੇ ਸਾਡੀ ਸਾਰੀ ਟੀਮ ਇਹੀ ਦੁਆ ਕਰਦੀ ਆ ਕਿ ਤੁਹਾਡਾ ਆਉਣ ਵਾਲਾ ਕੱਲ੍ਹ ਗਾਇਕੀ ਦੇ ਵਿੱਚ ਵੀ, ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਵਧੀਆ ਹੋਵੇ, ਤੇ ਜਿਵੇਂ ਤੁਸੀਂ ਆਪਣੇ ਫਾਦਰ ਸਾਹਿਬ ਦੀ ਲੈਗੇਸੀ ਨੂੰ ਲੈ ਕੇ ਤੁਰੇ ਹੋ ਅਤੇ ਇਹ ਬਰਕਰਾਰ ਰਹੇ, ਤੇ ਆਲਾ ਦੁਆਲਾ ਤਾਂ ਉਹਨਾਂ ਦੀ ਲੈਗੇਸੀ ਨੂੰ ਬਰਕਰਾਰ ਰੱਖਣ ਦੇ ਵਿੱਚ ਤੁਹਾਡੀ ਵੀ ਹੈਲਪ ਕਰਦਾ ਰਹੇ। ਥੈਂਕ ਯੂ ਸੋ ਸੋ ਬਹੁਤ ਮਚ। ਮਿਹਰਬਾਨੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਹ ਸਨ ਸਾਡੇ ਨਾਲ ਅਮਰਿੰਦਰ ਬੁੱਗਾ। ਇਹਨਾਂ ਦਾ ਗੀਤ ਆਮ ਸ਼ੋਰ ਤੁਸੀਂ ਸਾਰਿਆਂ ਨੇ ਸੁਣ ਲਿਆ ਹੋਣਾ ਹੁਣ ਤੱਕ, ਤੇ ਨਹੀਂ ਸੁਣਿਆ ਤਾਂ ਤੁਸੀਂ ਬ੍ਰਾਂਡ ਮੀ ਦੇ YouTube ਚੈਨਲ ਤੇ ਜਾ ਕੇ ਸੁਣ ਸਕਦੇ ਹੋ। ਸਤਵਿੰਦਰ ਬੁੱਗਾ ਹੋਰਾਂ ਦੇ ਸੁਪੁੱਤਰ ਨੇ। ਉਮੀਦ ਹੈ ਕਿ ਤੁਸੀਂ ਜਿਵੇਂ ਸਤਵਿੰਦਰ ਬੁੱਗਾ ਹੋਰਾਂ ਦੀ ਗਾਇਕੀ ਨੂੰ ਪਿਆਰ ਦਿੱਤਾ, ਇਹਨਾਂ ਨੂੰ ਵੀ ਪ੍ਰਵਾਨ ਕਰੋਗੇ ਤੇ ਇਹਨਾਂ ਦੇ ਵੀ ਗੀਤਾਂ ਨੂੰ ਸੁਣ ਕੇ ਉਨਾ ਹੀ ਪਿਆਰ ਦਿਓਗੇ। ਮੈਨੂੰ ਗੁਰਦੀਪ ਗਰੇਵਾਲ ਨੂੰ ਇਜਾਜ਼ਤ ਦੇ ਦਿਓ। ਤੁਸੀਂ ਵੇਖਦੇ ਰਹੋ ਪੀ ਸੋਸ਼ਲ।